ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਪ੍ਰਮੁੱਖ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਲਈ। ਅੱਜ ਦੀਆਂ ਪ੍ਰਮੁੱਖ ਖਬਰਾਂ ਜਿਨ੍ਹਾਂ ਬਾਰੇ ਸਾਰਾ ਦਿਨ ਕੈਨੇਡਾ ਦੇ ਵਿੱਚ ਗੱਲਬਾਤ ਹੁੰਦੀ ਰਹੀ ਹੈ ਔਰ ਅੱਜ ਸਵੇਰੇ ਜਿਹੜੀਆਂ ਖਬਰਾਂ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਜਿਹਦੇ ਬਾਰੇ ਟੀਵੀ ਰੇਡੀਓ ਤੇ ਗੱਲਬਾਤ ਹੁੰਦੀ ਰਹੀ ਹੈ ਉਹ ਮੁੱਦੇ ਉਹ ਖਬਰਾਂ ਉਹ ਸਾਡਾ ਧਿਆਨ ਖਿੱਚਦੇ ਮੁੱਦੇ ਤੇ ਧਿਆਨ ਖਿੱਚਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਅੱਜ ਫਿਰ ਬਹੁਤਾਤ ਦੇ ਵਿੱਚ ਖਬਰਾਂ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਬਾਰੇ ਰਹੀਆਂ। ਕਿਤੇ ਸਕੂਲ ਡਿਲੇ ਹੋ ਰਹੇ ਆ, ਕਿਤੇ ਵੈਕਸੀਨੇਸ਼ਨ ਦੀ ਗੱਲਬਾਤ ਹੋ ਰਹੀ ਹੈ, ਕਿਤੇ ਦਵਾਈ ਦੀ ਗੱਲਬਾਤ ਹੋ ਰਹੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਓਮਿਕਰੋਨ ਮੁੱਖ ਰੂਪ ਦੇ ਵਿੱਚ ਖਬਰਾਂ ਦਾ ਵਿਸ਼ਾ ਅੱਜ ਫਿਰ ਬਣਿਆ ਰਿਹਾ। 2022 ਦੇ ਵਿੱਚ ਵੀ ਇਹ ਗੱਲਬਾਤ ਹਜੇ ਤੱਕ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਹ 2019 ਦੇ ਵਿੱਚ ਚੀਨ ਤੋਂ ਸ਼ੁਰੂ ਹੋਇਆ ਸੀ ਔਰ ਅੱਜ ਫਿਰ ਚੀਨ ਚਰਚਾ ਦੇ ਵਿੱਚ। ਉਸ ਵੇਲੇ ਚੀਨ ਦੇ ਵਿੱਚ ਚਰਚਾ ਹੋਈ ਸੀ ਕਿ ਵੇਰੀਐਂਟ ਕਿੱਥੋਂ ਆ ਗਿਆ, ਕੋਵਿਡ-19 ਵਾਇਰਸ ਕਿੱਥੋਂ ਆ ਗਿਆ, ਕਿੱਧਰਲੇ ਪਾਸੇ ਕਿਸ ਤਰੀਕੇ ਦੇ ਨਾਲ ਫੈਲਿਆ। ਬਹੁਤ ਸਾਰੀਆਂ ਜਿਹੜੀਆਂ ਥਿਊਰੀ ਸੀ ਉਹ ਸ਼ੁਰੂ ਹੋਈਆਂ। ਅੱਜ ਚੀਨ ਫੇਰ ਚਰਚਾ ਦੇ ਵਿੱਚ ਆ। ਭਾਵੇਂ ਕਿ ਚੀਨ ਨੇ ਸ਼ੁਰੂ ਦੇ ਵਿੱਚ ਹੀ ਵੈਕਸੀਨ ਬਣਾ ਲਈ ਸੀ, ਉਹਦੇ ਤੋਂ ਬਾਅਦ ਚੀਨ ਪਹਿਲੇ ਦੇਸ਼ਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸਾਰਾ ਲੋਕਡਾਊਨ ਖੋਲ੍ਹ ਕੇ ਸਾਰਾ ਕੁਝ ਆਮ ਵਰਗਾ ਕਰ ਦਿੱਤਾ ਸੀ। ਦੁਨੀਆ ਦੇ ਬਾਕੀ ਦੇਸ਼ ਜਦੋਂ ਉਸ ਵੇਲੇ ਇਸ ਵਾਇਰਸ ਦੇ ਨਾਲ ਜੂਝ ਰਹੇ ਸੀ, ਲੜ ਰਹੇ ਸੀ, ਉਸ ਵੇਲੇ ਚੀਨ ਦੇ ਵਿੱਚ ਜੀਵਨ ਆਮ ਵਰਗਾ ਹੋ ਗਿਆ ਸੀ। ਪਰ ਹੁਣ ਚੀਨ ਦੇ ਵਿੱਚ ਇੱਕ ਵਾਰੀ ਫੇਰ ਲੋਕਡਾਊਨ ਲੱਗਿਆ ਅਤੇ ਲੋਕਡਾਊਨ ਬਹੁਤ ਸਖਤ ਲੱਗਿਆ। ਸ਼ਿਆਨ ਸੂਬਾ, ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲਬਾਤ ਕੀਤੀ, ਸ਼ਿਆਨ ਸ਼ਹਿਰ ਉੱਥੇ ਬਾਰੇ, ਔਰ ਉਹ ਸ਼ਹਿਰ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆ। ਚਰਚਾ ਇਸ ਕਰਕੇ ਆ ਕਿ ਉਸ ਸ਼ਹਿਰ ਦੇ ਵਾਸੀ ਸੋਸ਼ਲ ਮੀਡੀਆ ਦੇ ਉੱਤੇ ਲਿਖ ਰਹੇ ਆ ਕਿ ਸਾਡੇ ਉੱਤੇ ਪਾਬੰਦੀਆਂ ਇੰਨੀਆਂ ਸਖਤ ਆ ਕਿ ਅਸੀਂ ਕੋਈ ਗਰੋਸਰੀ ਲੈਣ ਘਰ ਤੋਂ ਬਾਹਰ ਨਹੀਂ ਜਾ ਸਕਦੇ। ਸਰਕਾਰ ਕਹਿ ਰਹੀ ਆ ਕਿ ਅਸੀਂ ਬਹੁਤ ਚੰਗੇ ਪ੍ਰਬੰਧ ਕੀਤੇ ਆ ਅਤੇ ਲੋਕਾਂ ਨੂੰ ਫ੍ਰੀ ਫੂਡ ਉਹਨਾਂ ਦੇ ਘਰਾਂ ਦੇ ਵਿੱਚ ਦਿੱਤਾ ਜਾ ਰਿਹਾ। ਹੁਣ ਇਸ ਵੇਲੇ ਚਰਚਾ ਇਸ ਕਰਕੇ ਆ ਕਿ ਕੁਛ ਰੈਜ਼ੀਡੈਂਟਸ ਚੀਨ ਦੇ ਇਸ ਸ਼ਹਿਰ ਸ਼ਿਆਨ ਦੇ ਵਿੱਚ ਅੱਧੀ ਰਾਤ ਤੋਂ ਬਾਹਰ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਲਿਆ ਗਿਆ। ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ। ਪੂਰੇ ਇਸ ਵੇਲੇ ਇਹ ਸ਼ਹਿਰ ਪੂਰੇ ਚੀਨ ਦੀ ਇਸ ਕੋਵਿਡ ਆਊਟਬ੍ਰੇਕ ਦਾ ਐਪੀਸੈਂਟਰ ਬਣਿਆ। ਇਸ ਵੇਲੇ ਕੇਂਦਰ ਆ ਜਿੱਥੇ ਬਹੁਤ ਜ਼ਿਆਦਾ ਧਿਆਨ ਰੱਖਿਆ ਜਾ ਰਿਹਾ ਔਰ ਬਹੁਤ ਸਖਤ ਲਾਕਡਾਊਨ ਕੀਤਾ ਆ। 13 ਮਿਲੀਅਨ ਲੋਕ ਰਹਿੰਦੇ ਆ ਇੱਥੇ ਤੇ ਘਰਾਂ ਦੇ ਵਿੱਚ ਉਹਨਾਂ 13 ਮਿਲੀਅਨ ਨੂੰ ਕੈਦ ਕੀਤਾ ਆ। ਨਾ ਘਰ ਤੋਂ ਬਾਹਰ ਉਹ ਫੂਡ ਖਰੀਦਣ ਜਾ ਸਕਦੇ ਆ, ਨਾ ਘਰ ਦੀਆਂ ਹੋਰ ਜ਼ਰੂਰੀ ਚੀਜ਼ਾਂ। ਅਥਾਰਟੀਜ਼ ਕਹਿ ਰਹੀਆਂ ਕਿ ਅਸੀਂ ਇਸ ਆਊਟਬ੍ਰੇਕ ਨੂੰ ਲਿਊਨਰ ਨਿਊ ਈਅਰ, ਜਿਹੜਾ ਕਿ 1 ਫਰਵਰੀ ਨੂੰ ਉਹਨਾਂ ਦਾ ਨਵਾਂ ਸਾਲ ਚੀਨ ਦਾ ਸ਼ੁਰੂ ਹੁੰਦਾ ਹੈ, ਜਦੋਂ ਕਿ ਵਿੰਟਰ ਓਲੰਪਿਕ ਬੀਜਿੰਗ ਦੇ ਵਿੱਚ ਸ਼ੁਰੂ ਹੋਣੀਆਂ, ਉਹ ਤੋਂ ਪਹਿਲਾਂ ਉਹ ਕਹਿੰਦੇ ਅਸੀਂ ਸਾਰਾ ਕੁਝ ਕਲੀਅਰ ਕਰਨਾ ਚਾਹੁੰਦੇ ਹਾਂ, ਜਿਹੜਾ ਕੋਵਿਡ ਫੈਲਿਆ ਇਹਨੂੰ ਅਸੀਂ ਖਤਮ ਕਰ ਦੇਣਾ। ਪਰ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਟੈਨਸ਼ਨ ਵਾਲੀ ਬਣੀ ਆ ਉੱਥੇ, ਤੇ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ। ਅਥਾਰਟੀਜ਼ ਕਹਿ ਰਹੀਆਂ ਕਿ ਅਸੀਂ ਫ੍ਰੀ ਫੂਡ ਹਾਊਸ ਹੋਲਡਸ ਦੇ ਵਿੱਚ ਦੇ ਰਹੇ ਹਾਂ, ਪਰ ਜਿਹੜੇ ਉੱਥੋਂ ਦੇ ਰੈਜ਼ੀਡੈਂਟਸ ਆ ਉਹ ਕਹਿ ਰਹੇ ਕਿ ਸਾਡੇ ਕੋਲ ਕੋਈ ਵੀ ਏਡ ਸਾਨੂੰ ਨਹੀਂ ਮਿਲ ਰਹੀ। ਲੇਟੈਸਟ ਇੰਸੀਡੈਂਟ ਕੀ ਹੋਇਆ, ਹੁਣ ਚੀਨ ਚਰਚਾ ਦੇ ਵਿੱਚ ਕਿਉਂ ਆਇਆ? ਇਹ ਖਬਰਾਂ ਤਾਂ ਕਾਫੀ ਦਿਨ ਪਹਿਲਾਂ ਵੀ ਅਸੀਂ ਸਾਂਝੀਆਂ ਕੀਤੀਆਂ ਸੀ ਕਿ ਉੱਥੋਂ ਦੇ ਲੋਕ ਕਹਿ ਰਹੇ ਆ ਕਿ ਸਾਡੇ ਕੋਲੇ ਫੂਡ ਨਹੀਂ ਮਿਲ ਰਿਹਾ। ਹੁਣ ਹੋਇਆ ਇਹ ਕਿ ਉੱਥੇ ਦਾ ਇੱਕ ਗੈਂਡੇ 8 ਯਿੰਗਲੀ ਹਾਊਸਿੰਗ ਕੰਪਾਊਂਡ ਆ। ਇਸ ਸ਼ਹਿਰ ਦੇ ਇਸ ਕੰਪਾਊਂਡ ਦੇ ਵਿੱਚ 1 ਜਨਵਰੀ ਨੂੰ ਅੱਧੀ ਰਾਤ ਤੋਂ ਬਾਅਦ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਬਾਹਰ ਕੱਢ ਕੇ ਇਹ ਕਿਹਾ ਗਿਆ ਕਿ ਤੁਸੀਂ ਇੱਥੋਂ ਹੁਣ ਇੱਕ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਚਲੇ ਜਾਓ। ਕਿਉਂ ਕੱਢਿਆ ਗਿਆ, ਕਿਉਂ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਲੈ ਕੇ ਗਏ, ਹਜੇ ਤੱਕ ਗੱਲਬਾਤ ਸਮਝ ਨਹੀਂ ਹੋਈ। ਦੱਸਿਆ ਕਿ ਜਿਹੜੀਆਂ ਕੁਝ ਰਿਪੋਰਟਸ ਆਈਆਂ ਇਨਫੈਕਸ਼ਨਸ ਦੀਆਂ ਕਮਿਊਨਿਟੀਜ਼ ਦੇ ਵਿੱਚ, ਉਹਦੇ ਵਿੱਚ ਵੱਖ-ਵੱਖ ਜਿਹੜੇ ਉੱਥੋਂ ਦੇ ਆਊਟਲੈਟ, ਮੀਡੀਆ ਆਊਟਲੈਟ ਆ, ਉਹਨਾਂ ਨੇ ਆਪਣੀ ਰਿਪੋਰਟਿੰਗ ਕੀਤੀ ਆ। ਹਾਲਾਂਕਿ ਇਹਦੇ ਬਾਰੇ ਕੋਈ ਨੰਬਰ ਨਹੀਂ ਕਲੀਅਰ ਹੋਇਆ ਕਿ ਕਿੰਨੇ ਲੋਕਾਂ ਨੂੰ ਇਹ ਇਨਫੈਕਸ਼ਨ ਇੱਕ ਤੋਂ ਦੂਜੇ ਤੱਕ ਟਰਾਂਸਫਰ ਹੋ ਗਈ ਆ। ਪਰ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਗਿਆ ਕਿ 30 ਬੱਸਾਂ ਇਸ ਸ਼ਿਆਨ ਸ਼ਹਿਰ ਦੇ ਬਾਹਰ ਹਾਊਸਿੰਗ ਕੰਪਲੈਕਸ ਦੇ ਦੇਖੀਆਂ ਗਈਆਂ। 30 ਬੱਸਾਂ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਬੱਸਾਂ ਦੇ ਵਿੱਚ ਬਿਠਾ ਕੇ ਇੱਕ ਫੈਸਿਲਿਟੀ ਦੇ ਵਿੱਚ ਲੈ ਗਏ, ਜਿਹਦੇ ਵਿੱਚ ਹਜ਼ਾਰਾਂ ਹੀ ਲੋਕ ਦੱਸੇ ਜਾ ਰਹੇ ਆ। ਹੁਣ ਉੱਥੇ ਕੀ ਹੋਇਆ, ਕਿੰਨੇ ਵੱਡੇ ਪੱਧਰ ਦੇ ਉੱਤੇ ਓਮਿਕਰੋਨ ਫੈਲ ਗਿਆ ਜਾਂ ਕੋਈ ਹੋਰ ਨਵਾਂ ਵੇਰੀਐਂਟ ਫੈਲ ਗਿਆ, ਇਹਨਾਂ ਲੋਕਾਂ ਨੂੰ ਕਿੱਥੇ ਲੈ ਕੇ ਗਏ ਆ? ਜਦੋਂ ਉਹਨਾਂ ਨੂੰ ਲੰਬੇ ਸਮੇਂ ਤੋਂ ਘਰਾਂ ਦੇ ਵਿੱਚ ਲੋਕਡਾਊਨ ਦੇ ਵਿੱਚ ਬੰਦ ਕੀਤਾ ਆ, ਉਹ ਘਰੋਂ ਗਰੋਸਰੀ ਲੈਣ ਵੀ ਬਾਹਰ ਨਹੀਂ ਜਾ ਸਕਦੇ, ਸਿਰਫ ਕੋਵਿਡ ਦਾ ਟੈਸਟ ਕਰਾਉਣ ਹੀ ਬਾਹਰ ਜਾ ਸਕਦੇ ਆ, ਤਾਂ ਫਿਰ ਉਹਨਾਂ ਨੂੰ ਹੋਰ ਕੁਆਰੰਟੀਨ ਕਰਨ ਦੀ ਕੀ ਲੋੜ ਪਈ ਸੀ? ਕੀ ਕੋਈ ਹੋਰ ਖਤਰਨਾਕ ਚੀਜ਼ ਆ ਜਿਹਦੇ ਬਾਰੇ ਅਜੇ ਤੱਕ ਸਪਸ਼ਟਤਾ ਨਹੀਂ ਹੈ ਕਿ ਹਜ਼ਾਰਾਂ ਲੋਕਾਂ ਨੂੰ 30 ਬੱਸਾਂ ਦੇ ਵਿੱਚ ਬਿਠਾ ਕੇ ਕਿਸੇ ਕੁਆਰੰਟੀਨ ਫੈਸਿਲਿਟੀ ਦੇ ਉੱਤੇ ਲੈ ਗਏ ਆ? ਬਹੁਤ ਸਾਰੇ ਲੋਕ ਜਿਹੜੇ ਉਹ ਦੱਸ ਰਹੇ ਆ ਕਿ ਉਹਨਾਂ ਨੇ ਕਈ ਘੰਟੇ ਬੱਸਾਂ ਦੇ ਵਿੱਚ ਉਡੀਕ ਕੀਤੀ। ਉਹਨਾਂ ਨੂੰ ਇੱਕ ਜਿਹੜੀਆਂ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਲੈ ਗਏ ਆ, ਇਹਨਾਂ ਦੇ ਵਿੱਚ ਬਜ਼ੁਰਗ ਵੀ ਆ, ਇਹਨਾਂ ਦੇ ਵਿੱਚ ਬੱਚੇ ਵੀ ਆ, ਇਹਨਾਂ ਦੇ ਵਿੱਚ ਪ੍ਰੈਗਨੈਂਟ ਲੇਡੀਜ਼ ਵੀ ਆ। ਰਿਪੋਰਟਸ ਇਹ ਦੱਸ ਰਹੀਆਂ। ਕੁਛ ਦਿਨ ਪਹਿਲਾਂ
ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਇੱਕ ਠੰਡੀ ਸਿਆਲ ਦੀ ਰਾਤ ਦੇ ਵਿੱਚ ਜਿਹੜਾ ਬਜ਼ੁਰਗ ਆਦਮੀ ਆ ਉਹ ਵੇਟ ਕਰ ਰਿਹਾ ਸੀ ਕਿ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਟਰਾਂਸਫਰ ਕੀਤਾ ਜਾਵੇ। ਇਹ ਚੀਜ਼ ਵਾਇਰਲ ਹੋਈ ਸੀ। ਕੁਝ ਲੋਕ ਜਿਹੜੇ ਆ ਉਹਨਾਂ ਨੇ ਆਈਸੋਲੇਸ਼ਨ ਫੈਸਿਲਿਟੀ ਦੀਆਂ ਇਮੇजेस ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਵੀ ਇੱਥੇ ਠੰਡ ਬਹੁਤ ਆ, ਨਾ ਸਾਨੂੰ ਰੋਟੀ ਮਿਲ ਰਹੀ ਆ, ਹਾਲਾਤ ਬਹੁਤ ਮਾੜੇ ਆ। ਚੀਨ ਦੇ ਵਿੱਚੋਂ ਬਹੁਤ ਸਾਰੀਆਂ ਖਬਰਾਂ ਬਾਹਰ ਨਹੀਂ ਆਉਂਦੀਆਂ। ਸੋਸ਼ਲ ਮੀਡੀਆ ਜਿਹੜਾ ਇੱਥੇ ਚੱਲਦਾ, ਫੇਸਬੁੱਕ ਜਾਂ ਦੂਜਾ, ਇਹ ਸਾਰਾ ਕੁਝ ਉੱਥੇ ਵਟਸਐਪ ਉਹਨਾਂ ਦੇ ਚੀਨ ਦੇ ਵਿੱਚ ਨਹੀਂ ਚੱਲਦਾ। ਉੱਥੇ ਉਹਨਾਂ ਦਾ ਆਪਣਾ ਸੋਸ਼ਲ ਮੀਡੀਆ ਆ ਜਿਹੜਾ ਕਿ ਬਹੁਤ ਕੰਟਰੋਲਡ ਆ। ਪਰ ਫਿਰ ਵੀ ਜਿਹੜੀਆਂ ਹੁਣ ਕੁਝ ਖਬਰਾਂ ਆ ਰਹੀਆਂ ਉਹਨਾਂ ਦੇ ਵਿੱਚੋਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਉਹ ਕਹਿੰਦੇ ਕੁਆਰੰਟਾਈਨ ਫੈਸਿਲਿਟੀ ਦੇ ਵਿੱਚ ਕੁਝ ਵੀ ਨਹੀਂ ਆ। ਜਿਹੜੀਆਂ ਸਾਡੇ ਬਜ਼ੁਰਗਾਂ ਦੇ ਲਈ, ਸਾਡੇ ਬੱਚਿਆਂ ਦੇ ਲਈ ਹਾਲਾਤ ਬਹੁਤ ਮਾੜੇ ਆ। ਤੇ ਇਹ ਵੀ ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਪਲੇਟਫਾਰਮ ਜਿਹਨਾਂ ਦਾ ਵੀਬੋ WEIBO, ਉਸ ਪਲੇਟਫਾਰਮ ਦੇ ਉੱਤੇ ਜਿਹੜੀਆਂ ਕੁਝ ਗੱਲਾਂ ਸਾਹਮਣੇ ਆਈਆਂ ਆ ਕਿ ਸਾਨੂੰ 15 ਦਿਨ ਤੋਂ ਆਪਣੇ ਘਰਾਂ ਦੇ ਵਿੱਚ ਬੰਦ ਰੱਖਿਆ ਗਿਆ ਤੇ ਹੁਣ ਸਾਨੂੰ ਇੱਥੇ ਲੈ ਕੇ ਆਏ ਆ। ਸਾਡੇ ਕੋਲੇ ਜਿਹੜਾ ਭੋਜਨ ਖਰੀਦਣ ਦੀ ਵੀ ਫਰੀडम ਨਹੀਂ ਆ ਤੇ ਰੂਲ ਜਿਹੜੇ ਇੰਨੇ ਜ਼ਿਆਦਾ ਉੱਥੇ ਸਖਤ ਕੀਤੇ ਆ। ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਛ ਆਇਆ ਕਿ 1600 ਕੇਸ 9 ਦਸੰਬਰ ਤੋਂ ਬਾਅਦ ਇੱਥੇ ਆ ਚੁੱਕੇ ਆ। ਵੀਕਐਂਡ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ, ਇੱਕ ਵਿਅਕਤੀ ਨੂੰ, ਇੱਕ ਆਦਮੀ ਨੂੰ, ਜਿਹੜੇ ਐਪੀਡੈਮਿਕ ਪ੍ਰੀਵੈਂਸ਼ਨ ਵਰਕਰ ਆ, ਜਿਹੜੇ ਇਹ ਕੋਵਿਡ ਨੂੰ ਹਟਾਉਣ ਵਾਲੇ ਲੋਕ ਆ, ਉਹ ਉਸ ਥਾਂ ਦੇ ਉੱਤੇ ਉਹਨੂੰ ਛੱਡ ਕੇ ਚਲੇ ਗਏ ਸੀ, ਇੱਕ ਥਾਂ ਦੇ ਉੱਤੇ ਜਿੱਥੇ ਕਿ ਉਹਨੂੰ ਬਾਅਦ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਲੋਕ ਉੱਥੇ ਛੱਡ ਕੇ ਗਏ ਸੀ ਉਹਨਾਂ ਨੂੰ ਪਨਿਸ਼ ਕੀਤਾ ਗਿਆ। ਸਰਕਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ। ਇਸੇ ਤਰ੍ਹਾਂ ਹੀ ਇੱਕ ਪੋਸਟ ਗ੍ਰੈਜੂਏਟ ਐਂਟਰੈਂਸ ਐਗਜ਼ਾਮ ਦੇ ਬੱਚਿਆਂ ਦੀ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਕਈ ਦਿਨਾਂ ਤੋਂ ਕੁਝ ਵੀ ਖਾਧਾ ਨਹੀਂ ਆ ਤੇ 15 ਦਿਨਾਂ ਤੋਂ ਅਸੀਂ ਇੰਸਟੈਂਟ ਨੂਡਲਸ ਖਾ ਕੇ ਗੁਜ਼ਾਰਾ ਕਰ ਰਹੇ ਹਾਂ ਤੇ ਸਾਡੇ ਕੋਲ ਹੁਣ 5 ਪੈਕ ਜਿਹੜੇ ਸਿਰਫ ਉਹੀ ਰਹਿ ਗਏ ਆ। ਇਹ ਸਾਰੇ ਕੁਝ ਤੋਂ ਬਾਅਦ ਜਿਹੜੇ ਇਹ ਇਸ ਵੇਲੇ ਇਮੇजेस ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਰਹੇ ਆ, ਇਹ ਡਰਾਉਣੇ ਨੇ, ਇਹ ਖਤਰਨਾਕ ਨੇ, ਇਹ ਚਿੰਤਾਜਨਕ ਨੇ। ਸ਼ਹਿਰ ਦੇ ਵਿੱਚ ਇੱਕ ਫੈਸਿਲਿਟੀ ਵੀ ਬਣਾਈ ਜਾ ਰਹੀ ਹੈ ਜਿਹੜੀ ਜਿੱਥੇ ਕੋਵਿਡ ਪੇਸ਼ੈਂਟਸ ਨੂੰ ਰੱਖਿਆ ਜਾਣਾ। ਉਹ 3 ਹਸਪੀਟਲ ਆਲਰੇਡੀ ਬਣਾਏ ਜਾ ਚੁੱਕੇ ਆ। ਜਿਹੜਾ ਇੱਕ ਆ ਉਹ ਅੰਡਰ ਕੰਸਟਰਕਸ਼ਨ ਆ, ਇਸ ਵੇਲੇ ਚੱਲ ਰਿਹਾ। ਹੁਣ ਜਦੋਂ ਕਿ ਅਸੀਂ ਤੀਜੇ ਸਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਤੇ ਹੁਣ ਜੇ ਕੋਵਿਡ ਹਸਪੀਟਲ ਚੀਨ ਦੇ ਵਿੱਚ ਅਜੇ ਵੀ ਬਣ ਰਿਹਾ ਹੈ ਤਾਂ ਇਹਦਾ ਮਤਲਬ ਗੱਲ ਕਿਤੇ ਨਾ ਕਿਤੇ ਗੜਬੜ ਆ। ਜਿਹੜਾ ਸਟੇਟ ਮੀਡੀਆ ਦੱਸ ਰਿਹਾ ਆ ਜਿਹੜੇ ਨਵੇਂ ਹਸਪੀਟਲ ਉਹਦੇ ਵਿੱਚ 3000 ਬੈੱਡ ਹੋਰ ਕੋਵਿਡ ਪੇਸ਼ੈਂਟ ਦੇ ਐਡ ਕੀਤੇ ਜਾ ਰਹੇ ਆ। ਉੱਥੋਂ ਦੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਐਕਸਪਰਟ ਨੇ ਚੀਨ ਦੇ ਜ਼ੈਂਗ ਕੈਨਿਊ, ਉਹ ਦੱਸ ਰਹੇ ਆ ਕਿ ਸਾਨੂੰ ਕੁਝ ਪੋਜ਼ਿਟਿਵ ਚੇਂਜਸ ਇੱਥੋਂ ਨਜ਼ਰ ਆ ਰਹੀਆਂ ਆ। ਕੁਝ ਹਾਂ ਪੱਖੀ ਨਤੀਜੇ ਨਜ਼ਰ ਆ ਰਹੇ ਆ ਪਰ ਅਜੇ ਤੱਕ ਇਹ ਗੱਲ ਸਮਝ ਨਹੀਂ ਆ ਰਹੀ ਕਿ ਚੀਨ ਦੇ ਇਸ ਸ਼ਹਿਰ ਦੇ ਵਿੱਚ ਇੰਨਾ ਸਖਤ ਲੋਕਡਾਊਨ, ਉਹ ਵੀ ਪਿਛਲੇ 15 ਦਿਨਾਂ ਤੋਂ ਲਾਇਆ ਹੋਣ ਦੇ ਬਾਵਜੂਦ 1 ਜਨਵਰੀ ਦੀ ਰਾਤ ਨੂੰ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਚੱਕ ਕੇ ਕੁਆਰੰਟਾਈਨ ਫੈਸਿਲਿਟੀ ਦੇ ਵਿੱਚ ਕਿਉਂ ਮੂਵ ਕੀਤਾ ਗਿਆ, ਕੀ ਕਾਰਨ ਆ? ਇਸ ਗੱਲ ਨੇ ਪੂਰੀ ਦੁਨੀਆ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ। ਕੈਨੇਡਾ ਵਰਗੇ ਵਿਕਸਿਤ ਮੁਲਕ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਸਮੱਸਿਆਵਾਂ ਦੇਸ਼ ਨੂੰ ਬਾਹਰੀ ਖਤਰੇ ਹੁੰਦੇ ਆ, ਕਈ ਖਤਰੇ ਉਹਦੇ ਅੰਦਰੂਨੀ ਹੁੰਦੇ ਆ। ਅੰਦਰੂਨੀ ਖਤਰਿਆਂ ਦੇ ਵਿੱਚੋਂ ਇੱਕ ਖਤਰਾ ਐਕਸਟ੍ਰੀਮਿਜ਼ਮ ਕਿਹਾ ਜਾ ਰਿਹਾ। ਅੱਤਵਾਦ ਮਤਲਬ ਐਕਸਟ੍ਰੀਮਿਜ਼ਮ, ਵਿਚਾਰਾਂ ਦੇ ਇੱਕ ਸਿਰੇ ਦੇ ਉੱਤੇ ਖੜੇ ਹੋਣਾ। ਉਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕੈਨੇਡਾ ਦੇ ਵਿੱਚ ਬਣਿਆ ਆ ਤੇ ਕੈਨੇਡਾ ਦੇ ਵਿੱਚ ਯਤਨ ਇਹ ਕੀਤੇ ਜਾ ਰਹੇ ਆ ਕਿ ਸਕੂਲ ਪੱਧਰ ਦੇ ਉੱਤੇ ਬੱਚਿਆਂ ਦਾ ਇਸ ਤਰੀਕੇ ਦੇ ਨਾਲ ਨਿਰੀਖਣ ਕੀਤਾ ਜਾਵੇ ਕਿ ਉੱਥੋਂ ਹੀ ਪਤਾ ਲੱਗ ਜਾਵੇ ਵੀ ਇਹਨਾਂ ਦੇ ਵਿਚਾਰ ਕਿਸ ਪਾਸੇ ਨੂੰ ਜਾਣ ਵਾਲੇ ਆ। ਕੀ ਇਹ ਵਿਚਾਰ ਸਮਾਜ ਦੇ ਉਲਟ ਨੇ, ਸਮਾਜ ਤੋਂ ਖਤਰਨਾਕ ਨੇ, ਸਮਾਜ ਤੋਂ ਵੱਖਰੇ ਨੇ? ਇਹਨਾਂ ਵਿਚਾਰਾਂ ਨੂੰ ਜਾਂ ਇਹਨਾਂ ਬੱਚਿਆਂ ਦੀ ਪਛਾਣ ਕਰਨ ਦੇ ਲਈ ਇੱਕ ਟੂਲ ਕਿਟ ਡਿਵੈਲਪ ਕੀਤੀ ਗਈ ਆ ਐਕਸਟ੍ਰੀਮਿਜ਼ਮ ਨੂੰ ਲੱਭਣ ਦੇ ਲਈ। ਐਕਸਟ੍ਰੀਮਿਜ਼ਮ ਹੈ ਕੀ ਅਸਲ ਦੇ ਵਿੱਚ? ਜੇਕਰ ਇਹਨੂੰ ਸਮਝਿਆ ਜਾਵੇ ਕਿ ਕੁਆਲਿਟੀ ਜਾਂ ਸਟੇਟ ਆਫ ਬੀਇੰਗ ਐਕਸਟ੍ਰੀਮ ਇਹਨੂੰ ਕਹਿੰਦੇ ਆ ਕਿ ਜਿਹੜਾ ਬੰਦਾ ਬਹੁਤ ਐਕਸਟ੍ਰੀਮ ਵਿਊਜ਼ ਰੱਖਦਾ ਕਿਸੇ ਗੱਲ ਬਾਰੇ, ਭਾਵੇਂ ਉਹ ਪੋਲੀਟੀਕਲ ਹੋ ਸਕਦੇ ਆ, ਭਾਵੇਂ ਉਹ ਜਿਹੜੇ ਧਾਰਮਿਕ ਹੋ ਸਕਦੇ ਆ। ਇਸ ਮਾਮਲੇ ਦੇ ਵਿੱਚ ਕੋਈ ਵੀ ਉਹਦੀ ਆਈਡੀਓਲੋਜੀ ਆ ਜਿਹੜੀ ਬਿਲਕੁਲ ਮੇਨ ਸਟ੍ਰੀਮ ਤੋਂ ਪਾਸੇ ਜਾ ਕੇ ਖੜੀ ਹੋ ਜਾਂਦੀ ਆ ਜਾਂ ਸਮਾਜ ਦੇ ਬਹੁ ਗਿਣਤੀ ਦੇ ਨਾਲ ਸਹਿਮਤ ਨਹੀਂ ਹੁੰਦੀ, ਉਹਨੂੰ ਅਸੀਂ ਐਕਸਟ੍ਰੀਮਿਜ਼ਮ ਕਹਿੰਦੇ ਆ ਜਾਂ ਅੱਤਵਾਦ ਕਹਿੰਦੇ ਆ। ਇੱਕ ਸਿਰੇ ਦੇ ਵਿਚਾਰ ਕਹਿੰਦੇ ਆ ਕਿ ਇੱਕ ਜਿਹੜਾ ਐਕਸਟ੍ਰੀਮ ਲੈਫਟ ਦੇ ਉੱਤੇ ਖੱਬੇ ਪੱਖੀ ਪਾਸੇ ਜਾ ਕੇ ਖੜ ਜਾਣਾ, ਐਕਸਟ੍ਰੀਮ ਰਾਈਟ ਦੇ ਉੱਤੇ ਖੜ ਜਾਣਾ, ਸੈਂਟਰ ਤੋਂ ਬਿਲਕੁਲ ਦੂਜੇ ਪਾਸੇ। ਇਸ ਚੀਜ਼ ਨੇ ਬਹੁਤ ਵੱਡੀ ਚਿੰਤਾ ਕੈਨੇਡਾ ਦੇ ਵਿੱਚ ਪੈਦਾ ਕੀਤੀ ਆ।
ਇਹਨੂੰ ਇਕਨੋਮਿਕ ਕੰਟੈਕਸਟ ਦੇ ਵਿੱਚ ਵੀ ਇਸ ਚੀਜ਼ ਨੂੰ ਵਰਤਿਆ ਜਾਂਦਾ ਆ। ਔਰ ਇਹ ਟਿਪੀਕਲੀ ਹੁੰਦਾ ਕੀ ਆ ਕਿ ਜਿਹੜੇ ਮੋਡਰੇਟਸ ਹੁੰਦੇ ਉਹਦੇ ਉਲਟ ਜਿਹੜੇ ਵਿਚਾਰ ਰੱਖਣੇ। ਵੈਸਟਰਨ ਕੰਟਰੀਜ਼ ਦੇ ਵਿੱਚ ਜਿਸ ਤਰ੍ਹਾਂ ਇਸ ਵੇਲੇ ਜਿਹੜਾ ਕਈ ਕਿਸਮ ਦੇ ਡਿਸਕੋਰਸ ਆ ਸਾਹਮਣੇ ਆਉਂਦੇ ਆ, ਕਈ ਪੋਲੀਟੀਕਲ ਏਜੰਡਾਜ਼ ਨੇ ਜਿਹੜੇ ਸਾਹਮਣੇ ਆਉਂਦੇ ਆ। ਪੋਲੀਟੀਕਲ ਐਕਸਟ੍ਰੀਮ ਜਿਹੜੀ ਹੈਗੀ ਆ ਕਿ ਜਿਹੜਾ ਵੀ ਕੋਈ ਵਾਇਓਲੇਟ ਕਰਦਾ ਜਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਨੋਰਮਸ ਦੇ ਇੱਧਰ ਉੱਧਰ ਗੱਲ ਕਰਦਾ ਉਹਨੂੰ ਅਸੀਂ ਐਕਸਟ੍ਰੀਮਿਸਟ ਕਹਿ ਦਿੰਦੇ ਆ। ਜਿਹੜੇ ਰਾਈਟਸ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਦੇ ਵਿੱਚ ਦੱਸੇ ਗਏ ਆ ਉਹਨਾਂ ਰਾਈਟਸ ਨੂੰ ਵਾਇਓਲੇਟ ਕਰਨ ਦੀ ਗੱਲ ਕਰਦਾ, ਆਪਣੀ ਵਿਚਾਰਧਾਰਾ ਨੂੰ ਲਾਗੂ ਕਰਵਾਉਣ ਦੇ ਲਈ ਉਹਨੂੰ ਅਸੀਂ ਐਕਸਟ੍ਰੀਮਿਸਟ ਕਹਿੰਦੇ ਆ। ਵਿਨੀਪੈਗ ਦੇ ਵਿੱਚ ਇੱਕ ਪ੍ਰੋਫੈਸਰ ਨੇ ਇੱਕ ਟੂਲ ਕਿਟ ਡਿਵੈਲਪ ਕੀਤੀ ਹੈ ਜਿਹੜੀ ਟੀਚਰਸ ਦੇ ਲਈ ਹੋਊਗੀ ਤਾਂ ਕਿ ਉਹ ਆਪਣੇ ਸਕੂਲ ਦੇ ਵਿੱਚ ਐਕਸਟ੍ਰੀਮਿਜ਼ਮ ਵਾਲੇ ਸਟੂਡੈਂਟਸ ਨੂੰ ਆਇਡੈਂਟੀਫਾਈ ਕਰ ਸਕਣ। ਕਵਾਸਰ ਅਹਿਮਦ ਇਸ ਪ੍ਰੋਫੈਸਰ ਦਾ ਨਾਮ ਦੱਸਿਆ ਜਾ ਰਿਹਾ ਜਿਹੜਾ ਯੂਨੀਵਰਸਿਟੀ ਆਫ ਵਿਨੀਪੈਗ ਦੇ ਵਿੱਚ ਜਿਹੜਾ ਐਕਸਟ੍ਰੀਮਿਜ਼ਮ ਦੀ ਸਟੱਡੀ ਕਰਦਾ, ਜਿਹੜੀ ਹੇਟ ਦੀ, ਨਫ਼ਰਤ ਦੀ, ਰੈਡੀਕਲਾਈਜੇਸ਼ਨਸ ਦੀ, ਉਹਨੂੰ $4 ਲੱਖ ਪਬਲਿਕ ਸੇਫਟੀ ਕੈਨੇਡਾ ਵੱਲੋਂ ਦਿੱਤਾ ਜਾ ਰਿਹਾ ਤਾਂ ਕਿ ਉਹ ਇਹ ਟੂਲ ਕਿਟ ਅਗਲੇ 2 ਸਾਲਾਂ ਦੇ ਵਿੱਚ ਡਿਵੈਲਪ ਕਰ ਸਕੇ। ਦੱਸਿਆ ਜਾ ਰਿਹਾ ਕਿ ਜਿਹੜੇ ਯੂਥ ਨੇ, ਜਿਹੜੇ ਨੌਜਵਾਨ ਨੇ, ਉਹ ਜ਼ਿਆਦਾ ਇਸ ਚੀਜ਼ ਦੇ ਵੱਲ ਨੂੰ ਜਾਂਦੇ ਆ, ਜ਼ਿਆਦਾ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਇਹ ਕਿਸੇ ਖਾਸ ਫਿਰਕੇ ਲਈ ਜਾਂ ਬਹੁਤੇ ਸਮਾਜ ਦੇ ਹਿੱਸੇ ਲਈ ਨਫ਼ਰਤ ਹੋਣੀ ਆਮ ਗੱਲ ਹੋ ਜਾਂਦੀ ਹੈ। ਪਿਛਲੇ ਸਮੇਂ ਦੇ ਵਿੱਚ ਉਹ ਇਹ ਵੀ ਦੇਖਿਆ ਗਿਆ ਕਿ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਜ਼ਿਆਦਾ ਉਹਨਾਂ ਦੇ ਨਾਲ ਜਿਹੜਾ ਕੁਨੈਕਟ ਕੀਤਾ ਇਸ ਕਿਸਮ ਦੇ ਲੋਕਾਂ ਦੇ ਨਾਲ, ਤੇ ਜਿਹੜੀਆਂ ਬਾਅਦ ਦੇ ਵਿੱਚ ਪੂਰੇ ਦੇਸ਼ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ, ਰਿਸਰਚ ਕਰ ਰਿਹਾ ਪ੍ਰੋਫੈਸਰ ਦੱਸ ਰਿਹਾ ਹੈ ਕਿ ਗੂਗਲ 1.8 ਮਿਲੀਅਨ ਰਿਜ਼ਲਟ 5 ਸੈਕਿੰਡ ਦੇ ਵਿੱਚ ਪ੍ਰੋਡਿਊਸ ਕਰ ਦਿੰਦਾ, ਪਰ ਜਿਹੜੇ ਟੌਪ 5, 10 ਜਾਂ 20 ਰਿਜ਼ਲਟ ਹੁੰਦੇ ਆ ਉਹ ਕਿੰਨੇ ਕੁ ਔਥੈਂਟਿਕ ਆ ਜਾਂ ਲੈਜੀਟੀਮੇਟ ਆ, ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। 2019 ਦੇ ਵਿੱਚ ਪੁਲਿਸ ਨੇ 1946 ਕ੍ਰਿਮੀਨਲ ਇਨਸੀਡੈਂਟ ਕੈਨੇਡਾ ਦੇ ਵਿੱਚ ਜਿਹੜੇ ਨੋਟ ਕੀਤੇ ਸੀ, ਜਿਹੜੇ ਮੋਟੀਵੇਟ ਹੋਏ ਸੀਗੇ ਹੇਟ ਦੇ ਨਾਲ, ਨਫ਼ਰਤ ਦੇ ਨਾਲ। ਸਟੈਟਿਸਟਿਕਸ ਕੈਨੇਡਾ ਦਾ ਇਹ ਡਾਟਾ ਦੱਸਦਾ ਹੈ 2010 ਤੋਂ 2019 ਦੇ ਵਿੱਚ 23% ਲੋਕ ਹੇਟ ਕ੍ਰਾਈਮ ਦੇ ਵਿੱਚ 12 ਤੋਂ 17 ਸਾਲ ਦੀ ਉਮਰ ਦੇ ਵਿੱਚ ਜਿਹੜੇ 86% ਮੇਲ ਸੀਗੇ ਉਹ ਇਨਵੋਲਵ ਸੀਗੇ। ਇਹ ਕਿੱਟ ਕੀ ਕਰੂਗੀ? ਇਹ ਐਜੂਕੇਟ ਕਰੂਗੀ ਉਹਨਾਂ ਸਟੂਡੈਂਟਸ ਨੂੰ ਜਿਹੜੇ 8 ਗ੍ਰੇਡ ਦੇ ਵਿੱਚ ਪੜ੍ਹਦੇ ਆ ਜਾਂ ਉਹਦੇ ਤੋਂ ਉੱਪਰ ਵਾਲੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਆ। ਉਹਨਾਂ ਦੇ ਸਾਹਮਣੇ ਕੁਝ ਇਮੇਜ ਦਿੱਤੇ ਜਾਣਗੇ, ਕੁਝ ਤਸਵੀਰਾਂ ਦਿੱਤੀਆਂ ਜਾਣਗੀਆਂ, ਉਹਨਾਂ ਨੂੰ ਕੁਝ ਸਵਾਲ ਦਿੱਤੇ ਜਾਣਗੇ, ਉਹਨਾਂ ਨੂੰ ਕੁਝ ਲੋਗੋਜ਼ ਦਿੱਤੇ ਜਾਣਗੇ, ਉਹਨਾਂ ਨੂੰ ਕੁਝ ਜਿਹੜੀਆਂ ਹੋਰ ਇਸ ਕਿਸਮ ਦੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਜਿਹਦੇ ਬਾਰੇ ਉਹਨੂੰ ਇੰਟਰਪ੍ਰੈਟ ਕਰਨ ਦੇ ਲਈ, ਉਹਨੂੰ ਪਛਾਣਨ ਦੇ ਲਈ ਕਿਹਾ ਜਾਊਗਾ। ਅਤੇ ਜਿਹੜਾ ਤੋਂ ਫਿਰ ਉਹ ਵਿਦਿਆਰਥੀ ਜਿਹੜੀ ਟੂਲ ਕਿਟ ਇਹ ਪ੍ਰੋਫੈਸਰ ਬਣਾ ਰਹੇ ਆ, ਉਹ ਵਿਦਿਆਰਥੀ ਉਹਨਾਂ ਇਮੇਜਸ ਨੂੰ, ਉਹਨਾਂ ਤਸਵੀਰਾਂ ਨੂੰ ਦੇਖਣਗੇ ਅਤੇ ਉਹਨਾਂ ਬਾਰੇ ਫਿਰ ਆਪਣੇ ਵਿਚਾਰ ਦੱਸਣਗੇ ਅਤੇ ਉਹਨਾਂ ਵਿਚਾਰਾਂ ਤੋਂ ਫਿਰ ਅੰਦਾਜ਼ਾ ਲਾਇਆ ਜਾਊਗਾ ਕਿ ਇਹ ਜਿਹੜਾ ਵਿਦਿਆਰਥੀ ਆ ਇਹ ਐਕਸਟ੍ਰੀਮਿਸਟ ਆ, ਇਹ ਕੁਛ ਬਹੁਤ ਵੱਖਰੇ ਵਿਚਾਰ ਰੱਖਦਾ ਆ, ਜਾਂ ਇਹ ਸੈਂਟਰ ਦੇ ਉੱਤੇ ਆ, ਜਾਂ ਇਹਦੇ ਵਿਚਾਰ ਮੋਡਰੇਟ ਨੇ। ਉਹ ਕਹਿੰਦੇ ਉੱਥੋਂ ਆਇਡੈਂਟੀਫਾਈ ਕਰਕੇ ਅਸੀਂ ਇੱਕ ਬਹੁਤ ਵੱਡੀ ਸਮੱਸਿਆ ਤੋਂ ਬਚ ਸਕਦੇ ਹਾਂ ਭਵਿੱਖ ਦੇ ਵਿੱਚ। ਜਿਸ ਤਰੀਕੇ ਦੇ ਨਾਲ ਜਿਹੜੇ ਕਿਸੇ ਦੇ ਕੋਈ ਪ੍ਰੋਬਲਮੈਟਿਕ ਵਿਊਜ਼ ਹੈਗੇ ਆ ਤਾਂ ਉਹਨੂੰ ਉਸ ਥਾਂ ਦੇ ਉੱਤੇ ਫੜਿਆ ਜਾ ਸਕਦਾ, ਉਸ ਥਾਂ ਦੇ ਉੱਤੇ ਉਹਨੂੰ ਐਨਾਲਾਈਜ਼ ਕੀਤਾ ਜਾ ਸਕਦਾ ਕਿ ਇਹ ਵਿਚਾਰ ਕਿਉਂ ਆ। ਔਰ ਇਹ ਵੀ ਇੱਥੇ ਗੱਲ ਜਿਹੜੀ ਚਰਚਾ ਦੇ ਵਿੱਚ ਆਈ ਆ ਕਿ ਕੈਨੇਡਾ ਦੇ ਐਂਟੀ ਹੇਟ ਨੈਟਵਰਕ ਜਿਹੜਾ ਆ ਉਹ ਦੱਸ ਰਹੇ ਆ ਕਿ 13 ਸਾਲ ਦੀ ਉਮਰ ਤੱਕ ਜਿਹੜੇ ਟੈਰਰਿਸਟ ਨੇ ਉਹ ਰਿਕਰੂਟ ਕਰਦੇ ਆ ਦੁਨੀਆ ਦੇ ਵਿੱਚ ਇਸ ਕੰਮ ਦੇ ਲਈ, ਅਤੇ ਦੂਜੇ ਬੱਚਿਆਂ ਨੂੰ ਵੀ ਪਾਰਟੀਸਪੇਟ ਕਰਨ ਦੇ ਲਈ ਕਹਿੰਦੇ ਆ। ਅਤੇ ਇਹਦੇ ਤੋਂ ਪਹਿਲਾਂ ਸਾਨੂੰ ਜਿਹੜੀ ਆ ਇੰਟਰਵੈਂਸ਼ਨ ਕਰਨੀ ਪਊਗੀ, ਇਹਦੇ ਵਿੱਚ ਉਹ ਲੱਭਣਾ ਪਊਗਾ ਕਿ ਕਿਹੜੇ ਬੱਚਿਆਂ ਦੇ ਵਿਚਾਰ ਇਸ ਤਰ੍ਹਾਂ ਦੇ ਨੇ ਅਤੇ ਉਹਨਾਂ ਨੂੰ ਇਸ ਚੀਜ਼ ਤੋਂ ਕਿਸ ਤਰੀਕੇ ਦੇ ਨਾਲ ਬਚਾਇਆ ਜਾ ਸਕਦਾ। ਕੈਨੇਡੀਅਨ ਐਂਟੀ ਹੇਟ ਨੈਟਵਰਕ ਆਪਣੀ ਇੱਕ ਟੂਲ ਕਿਟ ਵੀ ਡਿਵੈਲਪ ਕਰ ਰਿਹਾ ਟੀਚਰਸ ਦੇ ਲਈ, ਐਜੂਕੇਟਰਸ ਦੇ ਲਈ, ਦੂਜੇ ਗਰੁੱਪਸ ਦੇ ਨਾਲ ਦੁਨੀਆ ਦੇ ਵਿੱਚ ਕੰਮ ਕਰਕੇ, ਜਿਹੜੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੀ ਰਿਲੀਜ਼ ਕੀਤੀ ਜਾਊਗੀ, ਅਤੇ ਜਿਹਦੇ ਨਾਲ ਅਲਟੀਮੇਟਲੀ ਫਾਇਦਾ ਇਹ ਹੋਊਗਾ ਕਿ ਬੱਚਿਆਂ ਨੂੰ ਉਹ ਪ੍ਰੋਬਲਮਸ, ਉਹ ਸਵਾਲ, ਉਹ ਤਸਵੀਰਾਂ, ਉਹ ਚਿੱਤਰ, ਬਹੁਤ ਸਾਰੀਆਂ ਚੀਜ਼ਾਂ ਦਿਖਾ ਕੇ ਉਹਨਾਂ ਦਾ ਰਿਸਪੌਂਸ ਕੀ ਆ, ਉਹਨਾਂ ਦਾ ਰਿਐਕਸ਼ਨ ਕੀ ਆ, ਉਸ ਚੀਜ਼ ਤੋਂ ਫਿਰ ਜੱਜ ਕੀਤਾ ਜਾਊਗਾ ਕਿ ਇਹ ਬੱਚੇ ਦੇ ਵਿਚਾਰ ਖਤਰਨਾਕ ਨੇ, ਜਿਹੜਾ ਵੱਡਾ ਹੋ ਕੇ ਕੋਈ ਖਤਰਨਾਕ ਕੰਮ ਕਰ ਸਕਦਾ। ਇਹਨਾਂ ਨੂੰ ਸਕੂਲ ਪੱਧਰ ਦੇ ਉੱਤੇ 8ਵੀਂ ਜਾਂ 8ਵੀਂ ਤੋਂ ਅਗਲੀਆਂ ਕਲਾਸਾਂ ਦੇ ਵਿੱਚ ਹੀ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾ ਸਕਦਾ। ਜਿੱਦਾਂ ਜਿੱਦਾਂ ਸਮਾਂ ਲੰਘਦਾ, ਜਿੱਦਾਂ ਜਿੱਦਾਂ ਨਵਾਂ ਸਾਲ ਆਉਂਦਾ, ਉਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਬਦੀਲੀ ਵੀ ਆਉਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਰੱਕੀ ਵੀ ਆਉਂਦੀ ਹੈ। ਬਹੁਤ ਕੁਝ ਬਦਲਿਆ, ਪਰ ਕ੍ਰੈਡਿਟ ਕਾਰਡ ਦੀ ਸ਼ੇਪ, ਉਹਦਾ ਆਕਾਰ ਨਹੀਂ ਬਦਲਿਆ।
ਜਦੋਂ ਪੁਰਾਣੇ ਸਮਿਆਂ ਦੇ ਵਿੱਚ ਕਾਰਬਨ ਕਾਪੀ ਕੀਤੇ ਜਾਂਦੇ ਸੀ ਅਕਾਊਂਟ ਨੰਬਰ, ਉਹਦੇ ਤੋਂ ਬਾਅਦ ਕਸਟਮਰ ਦੇ ਜਿਹੜੀ ਸਿਗਨੇਚਰ ਵਾਲਾ ਇੱਕ ਫੇਸ ਸੀਗਾ, ਤੇ ਉਹਦੇ ਤੋਂ ਬਾਅਦ ਹੁਣ ਜਿਹੜੀ ਮੈਗਨੈਟਿਕ ਸਟ੍ਰਿਪ ਆਈ ਆ, ਅਸੀਂ ਸਵਾਈਪ ਕਰ ਦਿੰਦੇ ਹਾਂ ਕ੍ਰੈਡਿਟ ਕਾਰਡ ਨੂੰ, ਉਹਦੇ ਉੱਤੇ ਘਸਾ ਦਿੰਦੇ ਹਾਂ, ਤੇ ਜਿਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ। ਤੇ ਹੁਣ ਜਿਹੜੀ ਚਿਪ ਤੇ ਪਿਨ ਸਿਸਟਮ ਆ ਅੱਜ ਕੱਲ੍ਹ ਦਾ, ਉਹ ਚੱਲ ਰਿਹਾ ਆ। ਪਰ ਇਹ ਸਾਰੇ ਕੁਝ ਦੇ ਬਾਵਜੂਦ ਜਿਹੜਾ ਕ੍ਰੈਡਿਟ ਕਾਰਡ ਆ ਉਹ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਉਸੇ ਤਰ੍ਹਾਂ ਦਾ ਹੀ ਆਇਆ। ਦੱਸਿਆ ਜਾ ਰਿਹਾ ਕਿ ਜਿਹੜਾ ਸਟਾਈਲ ਆ ਇਹਦਾ ਕਾਰਡ ਦਾ IBM ਦਾ ਇੰਜੀਨੀਅਰ ਫੋਰੈਸਟ ਪੈਰੀ ਦੇ ਵੇਲੇ ਤੋਂ ਇਸ ਤਰ੍ਹਾਂ ਹੀ ਚੱਲਿਆ ਆ ਰਿਹਾ। ਤੇ ਜਿਹੜੀ ਹੁਣ ਵੱਡੀ ਸ਼ਿਫਟ ਹੋਣ ਜਾ ਰਹੀ ਹੈ ਕ੍ਰੈਡਿਟ ਕਾਰਡ ਦੇ ਵਿੱਚ, ਪਹਿਲਾਂ ਸਾਡਾ ਕ੍ਰੈਡਿਟ ਕਾਰਡ ਹੌਰੀਜ਼ੈਂਟਲ ਕ੍ਰੈਡਿਟ ਕਾਰਡ ਹੁੰਦਾ, ਭਾਵ ਉਹ ਲੰਬੇ ਦਾ ਕ੍ਰੈਡਿਟ ਕਾਰਡ ਹੁੰਦਾ ਜਿਹੜਾ ਅਸੀਂ ਬਟੂਏ ਦੇ ਵਿੱਚ ਪਾ ਕੇ ਰੱਖਦੇ ਹਾਂ। ਤੇ ਹੁਣ ਜਿਹੜਾ ਨਵੀਂ ਕ੍ਰੈਡਿਟ ਕਾਰਡ ਦੀ ਸ਼ੇਪ, ਨਵਾਂ ਆਕਾਰ ਸਾਹਮਣੇ ਆ ਰਿਹਾ, ਉਹ ਵਰਟੀਕਲ ਆ ਰਿਹਾ। ਭਾਵ ਪਹਿਲਾਂ ਸਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਵਾਂਗੂ ਉਹ ਲੰਮੇ ਦਾ ਹੁੰਦੇ ਆ ਇਸ ਤਰੀਕੇ ਨੂੰ, ਤੇ ਹੁਣ ਉਹ ਖੜੇ ਦਾ ਹੋਇਆ ਕਰਨਗੇ। ਇਹਦੇ ਬਾਰੇ ਨਵੀਆਂ ਜਿਹੜੀਆਂ ਕੁਝ ਤਰੀਕੇ ਢੰਗ ਵਰਤੇ ਜਾ ਰਹੇ ਆ, ਔਰ ਇਹਦੇ ਬਾਰੇ ਕਾਫੀ ਕੰਮ ਹੋ ਚੁੱਕਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇਹ ਖੜੇ ਦਾ ਵਾਲੇ ਕ੍ਰੈਡਿਟ ਕਾਰਡ ਸਾਡੇ ਹੱਥਾਂ ਦੇ ਵਿੱਚ ਹੋਣਗੇ, ਜਿਹੜਾ ਕਿ ਵਰਟੀਕਲ ਕੌਨਫੀਗਰੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ। ਉਹਦਾ ਫਾਇਦਾ ਇਹ ਆ ਕਿ ਕਹਿੰਦੇ ਇੱਕ ਤਾਂ ਉਹ ਵਰਤਣੇ ਬਹੁਤ ਸੌਖੇ ਆ, ਦੂਜਾ ਉਹਨਾਂ ਦੀ ਪ੍ਰੈਕਟੀਕਲ ਯੂਜ਼ ਕਾਫੀ ਜ਼ਿਆਦਾ ਆ। ਕਾਰਨ ਕੀ ਦੱਸਿਆ ਜਾ ਰਿਹਾ ਕਿ ਭਾਵੇਂ ਇਸ ਪਾਸੇ ਕਹਿੰਦੇ ਬੜੇ ਲੰਬੇ ਸਮੇਂ ਤੋਂ ਧਿਆਨ ਨਹੀਂ ਗਿਆ, ਪਰ ਜਦੋਂ ਅਸੀਂ ਹੁਣ ਜ਼ਮਾਨਾ ਜਿੱਦਾਂ ਬਦਲ ਰਿਹਾ ਆ, ਅਸੀਂ ਕਿਸੇ ਕਾਰਡ ਨੂੰ ਟੈਪ ਕਰਦੇ ਹਾਂ ਤਾਂ ਟੈਪ ਕਿਸ ਤਰੀਕੇ ਨਾਲ ਕਰਦੇ ਹਾਂ ਜਦੋਂ ਅਸੀਂ ਕਿਸੇ ਪੇ ਕਰਨਾ ਹੁੰਦਾ। ਕੈਸ਼ੀਅਰ ਦੇ ਕੋਲ ਜਦੋਂ ਅਸੀਂ ਦਿੰਦੇ ਹਾਂ, ਉਹ ਕਹਿੰਦੇ ਉਹ ਜਿਹੜੀ ਪੇਮੈਂਟ ਬਣਾਉਂਦੇ ਆ ਅਸੀਂ ਸੇਲ ਮਸ਼ੀਨ ਦੇ ਉੱਤੇ ਇਹਨੂੰ ਲੰਬੇ ਦਾ ਫੜ ਕੇ ਉਹਦੇ ਉੱਤੇ ਟੈਪ ਕਰਦੇ ਹਾਂ, ਨਾ ਕਿ ਦੂਜੇ ਤਰੀਕੇ ਦੇ ਨਾਲ। ਸੋ ਜਿਹੜਾ ਛੋਟਾ ਪਾਸਾ ਹੁੰਦਾ ਉਹਨੂੰ ਅਸੀਂ ਹੱਥ ਦੇ ਵਿੱਚ ਫੜਦੇ ਹਾਂ ਤੇ ਲੰਬੇ ਪਾਸੇ ਨੂੰ ਉੱਤੇ ਟੈਪ ਕਰ ਦਿੰਦੇ ਹਾਂ। ਤੇ ਉਹ ਕਹਿੰਦੇ ਹੁਣ ਇਹਦੀ ਜਿਹੜੀ ਸ਼ਕਲ ਆ, ਇਹਦੇ ਉੱਤੇ ਜੋ ਕੁਝ ਲਿਖਿਆ ਜਾਊਗਾ ਉਹ ਵੀ ਇਸੇ ਤਰ੍ਹਾਂ ਹੀ ਹੋਊਗਾ। ਜਿਹੜੀ ਪੋਰਟਰੇਟ ਓਰੀਐਂਟੇਸ਼ਨ ਆ, ਇਹਨੂੰ ਇੱਕ ਲੈਂਡਸਕੇਪ ਜਾਂ ਪੋਰਟਰੇਟ ਓਰੀਐਂਟੇਸ਼ਨ ਦੇ ਨਾਲ ਵੀ ਸਮਝਿਆ ਜਾ ਸਕਦਾ ਕਿ ਹੁਣ ਕ੍ਰੈਡਿਟ ਕਾਰਡ ਪੋਰਟਰੇਟ ਓਰੀਐਂਟੇਸ਼ਨ ਦੇ ਨਾਲ ਆਉਣਗੇ, ਜਿਹੜੇ ਕਿ ਟੈਪ ਕਰਨੇ ਵੀ ਸੌਖੇ ਹੋਣਗੇ, ਇਨਸਰਟ ਕਰਨੇ ਵੀ ਸੌਖੇ ਹੋਣਗੇ, ਯੂਜ਼ ਕਰਨੇ ਵੀ ਸੌਖੇ ਹੋਣਗੇ। ਬਹੁਤ ਸਾਰੀਆਂ ਜਿਹੜੀਆਂ ਮੈਜੋਰਿਟੀ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨਸ ਆ ਆਨਲਾਈਨ ਹੁੰਦੀਆਂ ਆ, ਜਾਂ ਜਿਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਫਿਜ਼ੀਕਲ ਕਾਰਡ ਇਨਵੋਲਵ ਹੀ ਨਹੀਂ ਹੁੰਦਾ। ਜਿਹੜੀ ਚਿਪ ਤੇ ਪਿਨ ਟੈਕਨੋਲੋਜੀ ਆ ਜਾਂ ਟੈਪ ਟੂ ਪੇ ਕੰਟੈਕਟਲੈਸ ਸਿਸਟਮ ਆ, ਹੁਣ ਉਹ ਟ੍ਰਾਂਜੈਕਸ਼ਨ ਪਰ ਅੱਜ ਵੀ ਬਹੁਤ ਸਾਰੀਆਂ ਇਸ ਤਰੀਕੇ ਦੇ ਨਾਲ ਹੋ ਰਹੀਆਂ। ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਪੋਰਟਰੇਟ ਓਰੀਐਂਟੇਸ਼ਨ ਆ ਉਹ ਕਿਉਂਕਿ ਟੈਪ ਕਰਨੀ ਸੌਖੀ ਆ, ਇਸ ਕਰਕੇ ਇਹ ਹੁਣ ਇਹਦਾ ਰੂਪ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਜਾਊਗਾ। ਮਾਸਟਰਕਾਰਡ ਕੈਨੇਡਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਡਿਜੀਟਲ ਪ੍ਰੋਡਕਟ ਦੇ ਸੁਖਮਣੀ ਦੇਵ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਆ। ਉਹ ਕਹਿੰਦੇ ਜਿਹੜਾ ਵਰਤੋਂ ਕਰਨ ਵਾਲੇ ਦੇ ਨਜ਼ਰੀਏ ਤੋਂ ਜਦੋਂ ਦੇਖਿਆ ਜਾਂਦਾ ਤਾਂ ਇਹ ਡਿਜ਼ਾਈਨ ਬਹੁਤ ਚੰਗਾ ਆ ਜਿਹੜਾ ਕਿ ਨਵਾਂ ਸਾਹਮਣੇ ਆ ਰਿਹਾ ਆ। ਭਾਵੇਂ ਬਹੁਤ ਸਾਰੇ ਲੋਕ ਜਿਹੜੇ ਆ ਇਹਦੇ ਵੱਖਰੇ ਵੱਖਰੇ ਤਰੀਕੇ ਇਹਦੇ ਲਈ ਵਰਤੋਂ ਦੇ ਵਿੱਚ ਲਿਆ ਰਹੇ ਆ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਗਨੈਟਿਕ ਸਟ੍ਰਿਪ ਆ, ਇੱਕ ਜਿਹੜੀ ਲੰਬੀ ਜੀ ਪੱਟੀ ਲੱਗੀ ਹੁੰਦੀ ਆ ਜਿਹਨੂੰ ਅਸੀਂ ਉਹਦੇ ਵਿੱਚ ਸਵਾਈਪ ਕਰਦੇ ਆ ਜਾਂ ਟੈਪ ਕਰਦੇ ਆ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕ੍ਰੈਡਿਟ ਕਾਰਡ ਤੋਂ ਗਾਇਬ ਹੋ ਜਾਊਗੀ। ਇੰਸਟਾਗ੍ਰਾਮ ਸਟਾਈਲ ਜਿਹੜਾ ਪੋਰਟਰੇਟ ਮੋਡ ਓਰੀਐਂਟੇਸ਼ਨ ਕਾਰਡ ਦੀ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਜਿਹੜੇ ਚਿਪ ਹੋਊਗੀ, ਇੱਕ ਸਵਾਈਪ ਕਾਰਡ ਹੈਗਾ ਆ, ਟੈਪ ਨੇਬਲਸ ਕਾਰਡ ਹੈਗੇ ਆ। ਸੋ ਇਹਨੂੰ ਇਸ ਚੀਜ਼ ਨੂੰ ਉਹ ਜਿਹੜੀ ਚਿਪ ਹੋਊਗੀ ਉਹਦੇ ਨਾਲ ਹੀ ਸਾਰਾ ਲੈਣ ਦੇਣ ਹੋਊਗਾ। ਜਿਹੜੀ ਮੈਗਨੈਟਿਕ ਸਟ੍ਰਿਪ ਆ, ਇੱਕ ਪੱਟੀ ਆ, ਉਹ ਵੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਮ ਹੋ ਜੂਗੀ। ਜਿਹੜੀ ਰਿਟੇਲਰ ਨੇ HBC ਆਈਕੋਨਿਕ ਕੈਨੇਡੀਅਨ ਰਿਟੇਲਰ ਨੇ, ਉਹਨਾਂ ਨੇ ਜਿਹੜੇ ਇਹ ਵਰਟੀਕਲ ਕ੍ਰੈਡਿਟ ਕਾਰਡ ਆ ਇਸ ਸਾਲ ਰਿਲੀਜ਼ ਕੀਤੇ ਆ, ਜਿਹੜਾ ਇਹਦੇ 'ਚੋਂ ਕੁਛ ਜਿਹੜੇ ਹੈਗੇ ਆ ਉਹ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆ ਰਹੇ ਆ। ਸੋ ਇਹ ਇੱਕ ਨਵੀਂ ਗੱਲ, ਭਾਵੇਂ ਬਹੁਤ ਵੱਖਰੀ ਗੱਲ ਨਹੀਂ ਆ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ, ਪਰ ਕਿਉਂਕਿ ਕ੍ਰੈਡਿਟ ਕਾਰਡ ਨਾਲ ਸਾਡਾ ਸਾਰਿਆਂ ਦਾ ਵਾਹ ਪੈਂਦਾ, ਸਾਡੇ ਸਾਰਿਆਂ ਕੋਲ ਹੀ ਆ ਤੇ ਸਾਰਿਆਂ ਕੋਲ ਹੀ ਲੰਬੇ ਦਾਅ ਵਾਲੇ ਕ੍ਰੈਡਿਟ ਕਾਰਡ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਖੜੇ ਦਾ ਸਾਹਮਣੇ ਸਾਡੇ ਜਿਸ ਤਰ੍ਹਾਂ ਤਾਸ਼ ਦੇ ਪੱਤੇ ਹੁੰਦੇ ਆ, ਇਸ ਤਰ੍ਹਾਂ ਦੀ ਪੋਰਟਰੇਟ ਓਰੀਐਂਟੇਸ਼ਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਕ੍ਰੈਡਿਟ ਕਾਰਡ ਆਉਣਗੇ। ਜਦੋਂ ਕੋਈ ਵਿਅਕਤੀ ਆਪਣਾ ਘਰ ਖਰੀਦਦਾ ਤਾਂ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਦਾ। ਜਿਨ੍ਹਾਂ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਜਾਂਦਾ, ਉਹਦੇ ਵਿੱਚੋਂ ਇੱਕ ਉਸ ਥਾਂ ਤੋਂ ਦਿਸਣ ਵਾਲਾ ਵਿਊ, ਦਿਸਣ ਵਾਲਾ ਦ੍ਰਿਸ਼ ਹੁੰਦਾ, ਜਿਹਦੇ ਕਰਕੇ ਬਹੁਤ ਵਾਰੀ ਘਰਾਂ ਦੀ ਕੀਮਤ ਵਿੱਚ ਫਰਕ ਆ ਜਾਂਦਾ।
कुछ घरां तो पहाड़ दिसते आ, कुछ घरां तो कोई किसी झील का नज़ारा दिसदा, कुछ घरां तो जिहड़ा समुंदर नज़र आउंदा। उहदे अनुसार उहदी कीमत वध घट हुंदी है। एक मामला BC सिविल जिहड़ी रेजोल्यूशन ट्रिब्यूनल दे कोल आया, जिहदे विच एक कपल ने, एक जोड़े ने $3 लाख की कंपनसेशन मंगी आ, क्योंकि ये ओकनागन लेक की गल आ ब्रिटिश कोलंबिया दे विच। $3 लाख की कंपनसेशन क्यों मंगी है? वो कहता मेरे गुआढ़ी ने अपने घर दे विच कुछ इदां दी चीज़ ला ली अपनी बालकोनी दे विच जां अपने घर दे विच, जिहदे नाल मैनूं लेक का नज़ारा नहीं दिसदा, लेक का दृश्य नहीं दिसदा, जिहदे करके मैं घर लिया सी, क्योंकि मैनूं लेक का दृश्य दिसदा नहीं, इस करके मेरा नुकसान होया। तो इस करके कहते मैनूं $3 लाख इहदे कोलों लैके दिता जाए। 22 दिसंबर को यह डिसीजन ट्रिब्यूनल मैंबर ने जिहड़ा ट्रिब्यूनल ने दिता आ, जिहदे विच इस कंप्लेंट नूं खारिज कर दिता गया कि किसी दे बालकोनी विच कोई इस तरह की स्क्रीन लाउण दे नाल $3 लाख नहीं दिता जा सकता। इल्ज़ाम ये लाया सी, जिहदे विच उन्होंने कहा कि जिहड़ी प्राइवेसी स्क्रीनस अपने घर दे विच ला लईआं ते 10 डिफरेंट बाईलाज नूं वायोलेट कीता आ। कॉन्डोज दे विच परिवार रहिंदे आ ते कॉन्डो ओनर एसोसीएशन दे अनुसार जिहड़ी स्टाटा कॉरपोरेशन आ उहदे अनुसार तुसीं कुछ भी वध घट अपने घर दे विच कर नहीं सकदे स्टाटा दी मर्जी तो बिना। ते ये जोड़ा ये इल्ज़ाम ला रहा कि इन्हां ने उहदे विच तब्दीली कीती अपनी बालकोनी दे विच कुछ स्क्रीनस लाइयां आ। स्टाटा कॉरपोरेशन ने कहा कि यह ऑब्जेक्ट में इत्थों रिमूव किया जाए तो $2,79,141 वो कहिंदे सानू दिता जाए, जिहड़ा मामला कि खारिज कर दिता गया है, इनू डिकलाइन कर दिता कि नहीं ये गलत आ। ये जिहड़े इल्ज़ाम लाए जा रहे आ बाईला वायोलेशन दे, ये गलत ने। ट्रिब्यूनल मैंबर ने इस चीज़ बारे ये दस्सिया कि जिहड़े प्राइवेसी स्क्रीनस लाइयां उन्होंने अपनी बालकोनी दे विच, ये किसी किस्म की परेशानी नहीं कर रही हैं, ये किसी किस्म का व्यू ब्लॉक नहीं कर रही हैं। वो कहते भी जिहड़ा व्यू का गवाचना, लॉस ऑफ व्यू आ, जे तुहाडा दृश्य मारिया जा रहा, तुहाडा सीन उस थां दे उत्तों मारिया जा रहा, भावें कि बहुत ही सोहनी झील दा होवे, इहनूं किसी किस्म की इंटरफीरेंस नहीं मन्निया जा सकदा। असीं वो कहिंदे इहनूं नहीं मनदे कि जिहड़ा BC सुप्रीम कोर्ट के डिसीजन इसे लगभग इशू के उत्ते पहलां भी दिते गए आ कि सिर्फ उत्थे प्राइवेसी स्क्रीनस लाउण दे नाल असीं नहीं मनदे कि इन्ना ज़्यादा जुर्माना जिहड़ा दिता जाऊगा। हुण इस मामले में स्टाटा की अप्रूवल तो बिना तुसीं प्रॉपर्टी के उत्ते कुछ भी नहीं बना सकते। तो वो कहिंदे जिहड़ियां स्क्रीनस आ ये फैंसिस नहीं है, ये स्क्रीनस आ, तो ये जिहड़ा कोई भी स्टाटा का बाईला टुटदा नहीं है। वो कहिंदे ना ही, क्योंकि जिहड़े कॉन्डोज ने उन्हां दे उत्ते मनाही हुंदी है, तुसीं ना तां अपनी मर्जी दे नाल भावें बाहर आउटर साइड दे उत्ते सब्जियां ला सकते हैं, ना कोई इस तरह की चीज़ बना सकते हैं। वो कहिंदे ये किसी भी तरह जिहड़ी ना वो वैजीटेशन आ ना ही कुछ होर आ, इस करके वो कहिंदे असीं इस चीज़ की आग्या नहीं दिंदे, तो ना ही असीं ये कहने कि इन्नी कंपोजिशन जिहड़ी कंपोजिशन है वो दित्ती जाए। कंपनसेशन मन्नी कि इस गल वाली जा रही सी, एप्लीकेंट ये कह रहा सी कि 1,80,000 इस गल करके दिओ क्योंकि मेरी प्रॉपर्टी की वैल्यू घट गई है, कि 1,80,000 एक कॉन्डो सस्ता हो गया, क्योंकि पहला इत्थों ओकनागन लेक का दृश्य ज़्यादा चंगी तरह दिखदा सी ते हुण उन्नी चंगी तरह नहीं दिसदा। इस तरह ही उन्हें विस्तार दे विच जिहड़ी कंपनसेशन मंगी आ कि 3721 रही है, वो कहते मेरी फीस रीइंबर्स की जाए। मैं वकील नूं $3700 दिता आ, वो जिहड़ा $3721 आ वो मैनूं वापस किए जाण, क्योंकि मैं वकील की फीस दी आ। 2920 वो कहते मैनूं रीइंबर्स किया जाए, क्योंकि मैं स्टार्टा फी दे लई दिता जाए, क्योंकि मेरा जिहड़ा अनड्यू हार्डशिप का पीरियड सी, इस करके तो कहते $12,500 मैनूं जिहड़ा मैं टाइम लाया इस डिस्प्यूट के उत्ते इहदा दिता जाए। $30,000 वो कहते इस गल दे लई दिता जाए जिहड़े अनइशूड बाईला फाइनस ने जिहड़े 200 कैलकुलेट किए गए 10 ला वाई दे लई, बाईला दे लई जिहड़े वायलेट किए गए पिछले 15 हफ्तियां दे विच। इस तरह टोटल आके उन्होंने $3 लाख की मंग की सी, जिन्हों के खारिज कर दिता गया। अपने आप दे विच एक बहुत वखरा जिहा मामला कि किसी घर तो किसी लेक के व्यू के मरन दे नाल जिन्ना नुकसान हुंदा आ, उस नुकसान की भरपाई के लिए $3 लाख मंगया गया होवे, पर जिहड़ा मामला खारिज कर दिता गया होवे।
ਅੱਜ ਨਵੇਂ ਸਾਲ ਦੇ ਪਹਿਲੇ ਹਫ਼ਤੇ ਵਿੱਚ ਦੁਨੀਆ ਦੀਆਂ ਬਹੁਤ ਸਾਰੀਆਂ ਅਖਬਾਰਾਂ ਨੇ ਬਹੁਤ ਸਾਰੀਆਂ ਪੋਜ਼ਿਟਿਵ ਬਹੁਤ ਸਾਰੀਆਂ ਹਾਂ ਪੱਖੀ ਖਬਰਾਂ ਸਾਂਝੀਆਂ ਕੀਤੀਆਂ ਜਿਹਦੇ ਨਾਲ ਲੋਕਾਂ ਨੂੰ ਉਤਸ਼ਾਹ ਮਿਲੇ, ਲੋਕ ਮੋਟੀਵੇਟ ਹੋਣ। ਇੱਕ ਖਬਰ ਇਹ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਬਜ਼ੁਰਗ ਵਿਅਕਤੀ ਨੇ ਆਪਣਾ 119ਵਾਂ ਬਰਥਡੇ ਜਾਪਾਨ ਦੇ ਵਿੱਚ ਮਨਾਇਆ। ਇਹ ਇੱਕ ਔਰਤ ਆ ਔਰ ਦੱਸਿਆ ਜਾ ਰਿਹਾ ਕਿ ਜਿਹੜੀ ਇੱਕ ਹੋਰ ਸਾਲ ਜੀ ਕੇ ਤੇ 120 ਸਾਲ ਦਾ ਰਿਕਾਰਡ ਬਣਾਉਣ ਦੇ ਲਈ ਤਿਆਰ ਆ। ਕੇਨ ਟਨਾਕਾ ਇਹਦਾ ਨਾਂ ਦੱਸਿਆ ਜਾ ਰਿਹਾ। ਡਰਿੰਕ ਜਿਹੜੀਆਂ ਫਿਜ਼ੀ ਡਰਿੰਕਸ ਆ ਉਹਦੀ ਕਮਜ਼ੋਰੀ ਆ, ਚਾਕਲੇਟ ਉਹਦੀ ਕਮਜ਼ੋਰੀ ਆ। ਇਸ ਐਤਵਾਰ ਨੂੰ ਇੱਕ ਨਵਾਂ ਮਾਈਲਸਟੋਨ, ਇੱਕ ਨਵਾਂ ਮੀਲ ਪੱਥਰ ਉਹਨੇ ਸਾਹਮਣੇ ਲਿਆਂਦਾ ਜਦੋਂ ਇੱਕ ਨਰਸਿੰਗ ਹੋਮ ਦੇ ਵਿੱਚ ਉਹਦੀ ਜਿਹੜੀ ਸਾਊਥ ਵੈਸਟ ਜਾਪਾਨ ਦੇ ਵਿੱਚ ਇੱਕ ਥਾਂ ਦੇ ਉੱਤੇ ਉਹਨੇ ਆਪਣਾ 119ਵਾਂ ਜਨਮ ਦਿਨ ਮਨਾਇਆ। ਗਿਨੀਜ਼ ਬੁੱਕ ਆਫ ਰਿਕਾਰਡ ਦੇ ਨਾਂ ਦੇ ਵਿੱਚ ਜੋ ਕੁਝ ਦਰਜਾ ਉਹਦੇ ਅਨੁਸਾਰ ਟਨਾਕਾ ਦਾ ਸਟੇਟਸ ਮਾਰਚ 2019 ਦੇ ਵਿੱਚ ਸੀ ਕਿ ਉਹ 116 ਸਾਲਾਂ ਦੀ ਆ ਤੇ ਉਹਨੇ ਆਲ ਟਾਈਮ ਜਾਪਾਨ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਰਿਕਾਰਡ ਉਦੋਂ ਬਣਾਇਆ ਜਦੋਂ 117 ਸਾਲ ਦੀ ਹੋਈ ਤੇ ਹੁਣ ਜਿਹੜੀ 117 ਸਾਲ ਤੇ 261 ਦਿਨ ਦੀ ਸਤੰਬਰ 2020 ਦੇ ਵਿੱਚ ਹੋਈ। 1903 ਦੇ ਵਿੱਚ ਦੱਸਦੇ ਦਾ ਜਨਮ ਹੋਇਆ। ਉਸ ਸਾਲ ਜਦੋਂ ਰਾਈਟ ਬ੍ਰਦਰਜ਼ ਨੇ ਪਹਿਲੀ ਵਾਰ ਹਵਾ ਦੇ ਵਿੱਚ ਉਡਣ ਦੇ ਲਈ ਯਤਨ ਕੀਤਾ ਸੀ, ਇੱਕ ਪਹਿਲਾ ਜਿਹੜਾ ਜਹਾਜ਼ ਬਣਾਇਆ ਸੀ ਜਾਂ ਬਣਾਉਣ ਦਾ ਯਤਨ ਕੀਤਾ ਸੀ, ਉਹਦੇ ਤੋਂ ਬਾਅਦ ਹੁਣ ਤੱਕ ਦੱਸਦੇ ਆ ਕਿ ਇਹ ਔਰਤ 120ਵਾਂ ਬਰਥਡੇ ਮਨਾਉਣ ਦੇ ਲਈ ਤਿਆਰ ਆ। ਜਾਪਾਨ ਦੀਆਂ ਕੁਝ ਖਬਰਾਂ ਅੱਜ ਦੱਸ ਰਹੀਆਂ। ਦੱਸਿਆ ਜਾ ਰਿਹਾ ਕਿ ਟਨਾਕਾ ਜਿਹੜੀ 6 ਮਹੀਨੇ ਪਹਿਲਾਂ ਜਨਮ ਹੋਇਆ ਸੀ, ਜਿਹਦਾ ਜਾਰਜ ਔਰਵੈਲ ਦੇ ਜਨਮ ਤੋਂ ਜਿਹੜੇ ਜਾਪਾਨ ਦੇ ਵਿੱਚ 100 ਸਾਲ ਤੋਂ ਉੱਪਰ ਜੀਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਇੱਕ ਐਸਟੀਮੇਟ ਰਿਲੀਜ਼ ਕੀਤਾ ਗਿਆ ਸਤੰਬਰ ਦੇ ਵਿੱਚ, ਜਿਹੜਾ ਇੱਕ ਹੈਲਥ ਮਿਨਿਸਟਰੀ ਨੇ ਦੱਸਿਆ ਕਿ 86,510 ਲੋਕ ਆ ਜਿਹੜੇ 100 ਸਾਲ ਤੋਂ ਵੱਧ ਦੇ ਨੇ ਔਰ ਇਹ 6000 ਜ਼ਿਆਦਾ ਦੱਸੀ ਜਾ ਰਹੀ ਆ ਇਹਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ। ਭਾਵ ਜਾਪਾਨ ਦੇ ਵਿੱਚ 100 ਸਾਲ ਤੋਂ ਉੱਪਰ ਜੀਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਔਰ ਇਸ ਗਿਣਤੀ ਦੇ ਵਿੱਚ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਆ। ਉਹਨਾਂ ਦਾ ਬਹੁਤ ਵੱਡਾ ਸ਼ੇਅਰ ਆ ਜਿਹੜਾ ਕਿ ਦੱਸਿਆ ਜਾ ਰਿਹਾ ਕਾਫੀ ਵੱਡੇ ਅੰਕੜੇ ਔਰਤਾਂ ਦੇ ਵੀ ਉਹਦੇ ਵਿੱਚ ਸ਼ਾਮਲ ਨੇ। ਇੱਕ ਐਨੂਅਲ ਸਰਵੇ ਕੀਤਾ ਗਿਆ 1963 ਦੇ ਵਿੱਚ, ਉਦੋਂ ਕਹਿੰਦੇ ਸੀ ਜਾਪਾਨ ਦੇ ਵਿੱਚ 153 100 ਸਾਲ ਤੋਂ ਉੱਪਰ ਜਿਉਂਦੇ ਵਿਅਕਤੀ ਉਸ ਵੇਲੇ ਸੀ ਤੇ 1963 ਤੋਂ ਲੈ ਕੇ 1998 ਦੇ ਵਿੱਚ ਜਦੋਂ ਸਰਵੇ ਕੀਤਾ ਗਿਆ ਤਾਂ ਇਹ ਗਿਣਤੀ 153 ਤੋਂ ਵੱਧ ਕੇ 10,000 ਤੱਕ ਪਹੁੰਚ ਚੁੱਕੀ ਸੀ। ਜਾਪਾਨ ਦੇ ਵਿੱਚ ਜਿਹੜੀ ਲਾਈਫ ਐਕਸਪੈਕਟੈਂਸੀ ਆ, ਭਾਵ ਬੰਦੇ ਦੀ ਔਸਤ ਉਮਰ ਆ, ਉਹ 87.7 ਦੱਸੀ ਜਾਂਦੀ ਆ ਤੇ ਜਿਹੜੀ ਔਰਤਾਂ ਦੇ ਵਿੱਚ ਤੇ 81 ਸਾਲ ਦੇ ਲਗਭਗ ਮਰਦਾਂ ਦੇ ਵਿੱਚ ਇਹ ਉਮਰ ਦੱਸੀ ਜਾਂਦੀ ਆ। ਉੱਥੇ ਜਿਹੜੀ ਲੋ ਬਰਥ ਰੇਟ ਆ ਜਾਪਾਨ ਦੇ ਵਿੱਚ ਇਸ ਵੇਲੇ ਵੀ ਜਿਹੜੀ ਸਰਕਾਰ ਆ ਫਿਗਰ ਆਊਟ ਕਰਦੀ ਆ 1.2 ਮਿਲੀਅਨ ਲੋਕ ਜਿਹੜੇ ਆ ਜਿਨ੍ਹਾਂ ਨੇ ਨਵੇਂ ਸਾਲ ਦੇ ਵਿੱਚ ਜਿਹੜੇ ਅਡਲਟ ਹੋਏ ਆ ਤੇ ਦੱਸਿਆ ਜਾ ਰਿਹਾ ਜਿਹੜੇ 20 ਸਾਲ ਹੋਏ ਆ ਤੇ ਉਹਨਾਂ ਦੀ ਗਿਣਤੀ ਦੇ ਵਿੱਚ 40,000 ਪਿਛਲੇ ਸਾਲ ਤੋਂ ਕਮੀ ਦੱਸੀ ਗਈ ਆ। 20 ਸਾਲ ਦੇ ਜਿਹੜੇ ਲੋਕ ਨੇ ਉਹ 1% ਤੋਂ ਘੱਟ ਉਸ ਪਾਪੂਲੇਸ਼ਨ ਦੀ, ਦੇਸ਼ ਦੀ ਪਾਪੂਲੇਸ਼ਨ ਦੀ ਗਿਣਤੀ ਦੇ ਵਿੱਚ ਆਉਂਦੇ ਆ ਪਿਛਲੇ ਸਾਲਾਂ ਦੇ ਵਿੱਚ। ਹੁਣ ਜਦੋਂ ਕਿ ਇਸ ਵੇਲੇ ਇਹ ਔਰਤ ਜਿਹਦਾ ਨਾਮ ਟਨਾਕਾ ਦੱਸਿਆ ਜਾ ਰਿਹਾ, ਜਿਹੜੀ ਜਾਪਾਨ ਦੀ ਸਭ ਤੋਂ ਬਜ਼ੁਰਗ ਔਰਤ ਆ, ਇਹਨੇ ਆਪਣਾ ਜਦੋਂ 119ਵਾਂ ਜਨਮ ਦਿਨ ਮਨਾਇਆ, ਇਹਦੇ ਹੱਥ ਦੇ ਵਿੱਚ ਕੋਕ ਦੀ ਬੋਤਲ ਆ ਜਿਹੜੀ ਕਿ ਇਹਦੀ ਮਨਪਸੰਦ ਡਰਿੰਕ ਆ ਤੇ ਉਹਨੇ ਇੱਕ ਪੀਸ ਸਾਈਨ ਬਣਾਇਆ। ਇਸ ਤਸਵੀਰ ਦੇ ਵਿੱਚ ਬਹੁਤ ਸਾਰੀਆਂ ਕਰੋਨਾ ਵਾਇਰਸ ਦੀਆਂ ਰਿਸਟ੍ਰਿਕਸ਼ਨਸ ਕਰਕੇ ਉਹਦੇ ਪਰਿਵਾਰ ਦੇ ਮੈਂਬਰ ਇਸ ਨਰਸਿੰਗ ਹੋਮ ਦੇ ਵਿੱਚ ਉਹਨੂੰ ਮਿਲਣ ਨਹੀਂ ਆ ਸਕਦੇ। ਦੱਸਿਆ ਜਾ ਰਿਹਾ ਕਿ 9 ਭੈਣ ਭਰਾਵਾਂ ਦੇ ਵਿੱਚੋਂ ਇਹ 7ਵੇਂ ਨੰਬਰ ਤੇ ਸੀ। 19 ਸਾਲਾਂ ਦੀ ਉਮਰ ਦੇ ਵਿੱਚ ਇਹਦਾ ਵਿਆਹ ਕਰ ਦਿੱਤਾ ਗਿਆ ਸੀ। ਆਸ ਕੀਤੀ ਜਾ ਰਹੀ ਆ ਕਿ ਇਹ ਆਪਣਾ 120ਵਾਂ ਜਨਮ ਦਿਨ ਵੀ ਮਨਾਊਗੀ, ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰੂਗੀ ਤੇ ਦੁਨੀਆ ਦੇ ਵਿੱਚ ਇੱਕ ਨਵਾਂ ਰਿਕਾਰਡ ਪੈਦਾ ਕਰੂਗੀ। ਕੈਨੇਡਾ ਦੇ ਵਿੱਚ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰ ਸਾਲ ਘਰਾਂ ਦੀਆਂ ਕੀਮਤਾਂ ਚਰਚਾ ਦਾ ਵਿਸ਼ਾ ਬਣਦੀਆਂ। ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਆ ਤੇ ਹੁਣ ਜਦੋਂ ਰੀਸੈਂਟਲੀ ਪ੍ਰੋਪਰਟੀ ਅਸੈਸਮੈਂਟ ਰਿਲੀਜ਼ ਕੀਤੀ ਗਈ ਆ ਤਾਂ ਉਹਦੇ ਤੋਂ ਬਾਅਦ ਇਹ ਚਰਚਾ ਨੇ ਹੋਰ ਜ਼ੋਰ ਫੜ ਲਿਆ। ਪ੍ਰੋਪਰਟੀ ਅਸੈਸਮੈਂਟ ਦਾ ਕੀ ਮਤਲਬ ਆ?
BC ਸਰਕਾਰ ਦੀ ਇੱਕ ਵੈਬਸਾਈਟ ਆ, ਉਸ ਵੈਬਸਾਈਟ ਦੇ ਉੱਤੇ ਤੁਸੀਂ ਜਿਹੜੀ ਪ੍ਰੋਪਰਟੀ ਅਸੈਸਮੈਂਟ ਜਾਂ BC ਅਸੈਸਮੈਂਟ ਦੇ ਉੱਤੇ ਜਾ ਕੇ ਆਪਣੇ ਘਰ ਦਾ ਐਡਰੈਸ ਪਾ ਦਿਓ। ਐਡਰੈਸ ਪਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡੇ ਘਰ ਦੀ ਕੀਮਤ ਇੰਨੀ ਆ, ਇਹਦੀ ਅਸੈਸਮੈਂਟ ਇੰਨੀ ਕੀਤੀ ਗਈ ਆ। ਭਾਵੇਂ ਕਿ ਆਮ ਕਰਕੇ ਮਾਰਕੀਟ ਵੈਲਿਊ ਉਸ ਅਸੈਸਮੈਂਟ ਤੋਂ ਕਾਫੀ ਜ਼ਿਆਦਾ ਹੁੰਦੀ ਆ, ਪਰ ਉਸ ਅਸੈਸਮੈਂਟ ਦੇ ਹਿਸਾਬ ਨਾਲ ਤੁਹਾਨੂੰ ਪ੍ਰੋਪਰਟੀ ਟੈਕਸ ਦੇਣਾ ਪੈਂਦਾ, ਜਾਂ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਮੇਰੇ ਘਰ ਦੀ ਕੀਮਤ ਵਧੀ ਆ ਜਾਂ ਮੇਰੇ ਘਰ ਦੀ ਕੀਮਤ ਘਟੀ ਆ। BC ਅਸੈਸਮੈਂਟ ਦੇ ਉੱਤੇ ਜਾ ਕੇ ਤੁਸੀਂ ਕਿਸੇ ਵੀ ਪ੍ਰੋਪਰਟੀ ਦਾ ਐਡਰੈਸ ਪਾ ਕੇ ਉਸ ਪ੍ਰੋਪਰਟੀ ਦੀ ਵੈਲਿਊ ਪਤਾ ਕਰ ਸਕਦੇ ਆ। ਹੁਣ ਜਦੋਂ ਕਿ ਉਸ ਵੈਬਸਾਈਟ ਦੇ ਉੱਤੇ ਜਾਂ ਉਹ ਅਸੈਸਮੈਂਟ ਜਿਹੜੀ ਰਿਲੀਜ਼ ਕਰ ਦਿੱਤੀ ਗਈ ਆ, ਤਾਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਿਆ ਗਿਆ। ਕਿਤੇ ਕਿਤੇ ਵਾਧਾ 20% ਤੋਂ ਵੀ ਜ਼ਿਆਦਾ ਦੇਖਿਆ ਗਿਆ। ਤੇ ਇਹਦੇ ਨਾਲ ਜਿਹੜੇ ਪਹਿਲੀ ਵਾਰੀ ਘਰ ਲੈਣਾ ਚਾਹੁੰਦੇ ਆ ਲੋਕ, ਉਹਨਾਂ ਦੇ ਲਈ ਮੁਸ਼ਕਲਾਂ ਹੋਰ ਵੱਧ ਗਈਆਂ, ਜਾਂ ਇੱਦਾਂ ਕਹਿ ਲਓ ਉਹਨਾਂ ਨੂੰ ਹੋਰ ਜ਼ਿਆਦਾ ਚਿੰਤਾ ਪੈ ਗਈ ਹੈ। ਉਹਨਾਂ ਦੇ ਲਈ ਨਵੇਂ ਸਾਲ ਦੀ ਇਹ ਨਵੀਂ ਖਬਰ ਬਹੁਤੀ ਚੰਗੀ ਨਹੀਂ ਆ। ਇਸ ਪੈਂਡੈਮਿਕ ਦੇ ਵਿੱਚ ਜਿਸ ਤਰੀਕੇ ਨਾਲ ਘਰਾਂ ਦੀਆਂ ਕੀਮਤਾਂ ਵਧੀਆਂ ਆ, ਔਰ ਜਿਹੜੀਆਂ ਕੀਮਤਾਂ 20% ਤੋਂ ਜ਼ਿਆਦਾ ਲੋਅਰ ਮੇਨਲੈਂਡ ਦੇ ਵਿੱਚ ਵੱਧ ਗਈਆਂ, ਉਹਨਾਂ ਨੇ ਇਹਨਾਂ ਲੋਕਾਂ ਦੇ ਲਈ ਵੱਡੀ ਚਿੰਤਾ ਜਿਹੜੀ ਪੈਦਾ ਕਰ ਦਿੱਤੀ ਆ। ਕੱਲ੍ਹ ਨੂੰ ਇਹਦੇ ਬਾਰੇ ਹੋਰ ਡੀਪ ਐਨਾਲਿਸਿਸ BC ਅਸੈਸਮੈਂਟ ਵੱਲੋਂ ਸਾਹਮਣੇ ਲਿਆਂਦਾ ਜਾਊਗਾ। ਜਿਹੜੇ ਮਾਰਕੀਟ ਟ੍ਰੈਂਡਸ ਕੀ ਨੇ, ਹੋਰ ਇਨਫੋਰਮੇਸ਼ਨ ਕੀ ਹੈ, ਜਦੋਂ ਉਹਨੂੰ ਪੂਰੀ ਤਰ੍ਹਾਂ ਐਨਾਲਾਈਜ਼ ਕੀਤਾ ਜਾਊਗਾ। ਪਰ ਅੱਜ ਜਿਹੜਾ ਪ੍ਰੀਲਿਮਿਨਰੀ ਡਾਟਾ ਆ, ਜਿਹੜਾ ਇੱਕ ਸ਼ੁਰੂਆਤੀ ਨਜ਼ਰ ਮਾਰਿਆ ਉਸ ਘਰਾਂ ਦੀਆਂ ਕੀਮਤਾਂ ਦੇ ਉੱਤੇ ਪਤਾ ਲੱਗਦਾ ਆ, ਉਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਸ਼ੌਕਿੰਗ ਨੇ। ਉਹਨਾਂ ਦੇ ਲਈ ਇੱਕ ਵੱਡੀ ਚਿੰਤਾ ਆ, ਔਰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਇਸ ਚਿੰਤਾ ਨੂੰ ਜ਼ਾਹਰ ਕੀਤਾ ਆ ਕਿ ਇਹ ਬਬਲ ਕਦੋਂ ਫਟੂਗਾ। ਇਹ ਜਿਹੜਾ ਘਰਾਂ ਦੀ ਵੱਧਦੀ ਕੀਮਤ ਦਾ ਬੁਲਬੁਲਾ ਦੱਸਿਆ ਜਾ ਰਿਹਾ, ਕਦੋਂ ਫਟੂਗਾ ਤੇ ਕਦੋਂ ਲੋਕ ਘਰ ਲੈ ਸਕਣਗੇ। ਲੋਅਰ ਮੇਨਲੈਂਡ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਖਾਸ ਕਰ ਲੋਅਰ ਮੇਨਲੈਂਡ ਦੇ ਵਿੱਚ ਰਹਿਣਾ ਬਹੁਤ ਔਖਾ ਆ। ਇੱਥੇ ਫਸਟ ਟਾਈਮ ਹੋਮ ਬਾਇਰ ਦੇ ਲਈ ਵੱਡੀ ਸਮੱਸਿਆ ਆ। ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਲੋਕ ਪਹਿਲੀ ਵਾਰੀ ਘਰ ਲੈਂਦੇ ਆ, ਉਹ ਆਪਣੇ ਬਲਬੂਤੇ ਤੇ ਘਰ ਨਹੀਂ ਲੈ ਸਕਦੇ। ਉਹਨਾਂ ਦੀ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਊਨ ਪੇਮੈਂਟ ਦੇ ਵਿੱਚ ਵੀ ਮਦਦ ਕਰਦਾ ਆ, ਤਾਂ ਉਹ ਘਰ ਲੈਣ ਦੇ ਯੋਗ ਹੁੰਦੇ ਆ। ਇਸ ਵੇਲੇ ਕਿਸ ਤਰੀਕੇ ਦੇ ਨਾਲ ਇਹ ਕੀਮਤਾਂ ਵੱਧ ਰਹੀਆਂ ਆ, ਕੀ ਇਹ ਬਬਲ ਫਟਦਾ ਆ? ਜਿਹੜੀ BC ਰੀਅਲ ਸਟੇਟ ਐਸੋਸੀਏਸ਼ਨ ਆ, ਉਹਦਾ ਡਾਟਾ ਨਵੰਬਰ ਦੇ ਵਿੱਚ ਦੱਸ ਰਿਹਾ ਸੀ ਕਿ ਐਵਰੇਜ ਜਿਹੜੀ MLS ਰੈਜ਼ੀਡੈਂਸ਼ੀਅਲ ਪ੍ਰਾਈਸ ਆ ਪੂਰੇ ਪ੍ਰੋਵਿੰਸ ਦੇ ਵਿੱਚ ਈਅਰ ਟੂ ਡੇਟ ਦੱਸਿਆ ਜਾ ਰਿਹਾ ਸੀ ਕਿ 19% ਵਾਧਾ, ਯਾਨੀ ਕਿ $9,21,806 ਦੇ ਨੇੜੇ ਤੇੜ ਦੱਸਿਆ ਜਾ ਰਿਹਾ ਸੀ। ਪ੍ਰੋਵਿੰਸ਼ੀਅਲ MLS ਹੋਮ ਸੇਲ ਨੇ ਦੱਸਿਆ ਕਿ ਨਵਾਂ ਰਿਕਾਰਡ ਨਵੰਬਰ ਦੇ ਵਿੱਚ ਬਣਿਆ ਸੀ 2021 ਦੇ ਵਿੱਚ, ਤੇ ਇਹ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਲਿਸਟਿੰਗ ਆ ਉਹਦੇ ਵਿੱਚ ਲਗਾਤਾਰ ਕਮੀ ਆ ਰਹੀ ਆ। ਕੀਮਤਾਂ ਵੱਧ ਰਹੀਆਂ ਆ, ਐਕਟਿਵ ਲਿਸਟਿੰਗ ਜਿਹੜੀਆਂ ਲਗਾਤਾਰ ਥੱਲੇ ਆ ਰਹੀਆਂ, 30% ਡਿਕਲਾਈਨ ਹੋ ਰਹੀ ਆ ਈਅਰ ਟੂ ਈਅਰ। ਇਸ ਪ੍ਰੋਸੈਸ ਦੇ ਵਿੱਚ ਜਿੰਨਾ ਚਿਰ ਲਿਸਟਿੰਗ ਨਹੀਂ ਵੱਧਦੀ, ਜਿੰਨਾ ਚਿਰ ਮਾਰਕੀਟ ਦੇ ਵਿੱਚ ਘਰ ਨਹੀਂ ਵੱਧਦੇ, ਉਹਨਾਂ ਚਿਰ ਘਰਾਂ ਦੀਆਂ ਕੀਮਤਾਂ ਥੱਲੇ ਨਹੀਂ ਆ ਸਕਦੀਆਂ। ਜਿਹੜਾ ਪ੍ਰੀਲਿਮਿਨਰੀ ਪ੍ਰੋਪਰਟੀ ਅਸੈਸਮੈਂਟ ਡਾਟਾ ਆ, ਇਹ ਐਤਵਾਰ ਯਾਨੀ ਕਿ ਕੱਲ੍ਹ 2 ਜਨਵਰੀ ਤੋਂ ਇੰਡੀਵਿਜੂਅਲ ਐਡਰੈਸ ਦੇ ਲਈ ਅਵੇਲੇਬਲ ਆ। ਉਹਦੇ ਤੋਂ ਆਪਣੇ ਘਰਾਂ ਦੀ ਕੀਮਤ ਚੈੱਕ ਕਰ ਸਕਦੇ ਹੋ। ਕਿਸੇ ਵੀ ਘਰ ਦੀ ਕੀਮਤ ਤੁਸੀਂ ਚੈੱਕ ਕਰ ਸਕਦੇ ਹੋ, ਪਰ ਵਧੀਆਂ ਕੀਮਤਾਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਡੀ ਚਿੰਤਾ ਪੈਦਾ ਕਰ ਰਹੀਆਂ ਨੇ। ਕੈਨੇਡਾ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਕੰਮ ਦੀ ਨੇਚਰ ਵੱਖਰੀ ਆ। ਕੁਝ ਲੋਕਾਂ ਦਾ ਕੰਮ ਉਹਨਾਂ ਦੇ ਦਫ਼ਤਰ ਦੇ ਵਿੱਚ ਹੀ ਖਤਮ ਹੋ ਜਾਂਦਾ, ਉਹਦੇ ਤੋਂ ਬਾਅਦ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ। ਕੁਝ ਲੋਕਾਂ ਦਾ ਕੰਮ ਕਿਤੇ ਨਾ ਕਿਤੇ ਉਹਦੇ ਤੋਂ ਬਾਅਦ ਵੀ ਚੱਲਦਾ ਰਹਿੰਦਾ, ਜਾਂ ਇੱਦਾਂ ਕਹਿ ਲਓ ਉਹਨਾਂ ਦੇ ਦਿਮਾਗਾਂ ਦੇ ਵਿੱਚ ਕੰਮ ਦਾ ਬੋਝ ਕਿਤੇ ਨਾ ਕਿਤੇ ਰਹਿੰਦਾ। ਤੇ ਬਹੁਤ ਸਾਰੇ ਕੇਸਿਸ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ, ਜਦੋਂ ਤੁਸੀਂ ਡਿਊਟੀ ਤੋਂ ਕੰਮ ਤੋਂ ਹਟ ਜਾਂਦੇ ਆ, ਉਹਦੇ ਤੋਂ ਬਾਅਦ ਵੀ ਤੁਹਾਡੇ ਬੌਸ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਈਮੇਲ ਕਰਦੇ ਰਹਿੰਦੇ, ਕਿਸੇ ਕੰਮ ਕਾਰ ਦੇ ਲਈ ਕਹਿੰਦੇ ਰਹਿੰਦੇ ਆ। ਉਹਦੇ ਲਈ ਓਨਟਾਰੀਓ ਸੂਬੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਨੂੰਨ ਬਣਾਇਆ ਗਿਆ ਸੀ ਕਿ ਤੁਹਾਡੇ ਕੰਮ ਤੋਂ ਬਾਅਦ ਤੁਹਾਡਾ ਇੰਪਲੋਇਰ, ਤੁਹਾਡਾ ਬੌਸ ਤੁਹਾਨੂੰ ਈਮੇਲ ਨਹੀਂ ਕਰ ਸਕਦਾ ਜਾਂ ਤੁਹਾਨੂੰ ਕੰਮ ਦੇ ਲਈ ਨਹੀਂ ਕਹਿ ਸਕਦਾ। ਇਹਦੇ ਬਾਰੇ ਇਸ ਨਵੇਂ ਸਾਲ ਦੇ ਵਿੱਚ ਹੋਰ ਕਾਨੂੰਨ ਬਣਨ ਦੀ ਵੀ ਆਸ ਨਜ਼ਰ ਆ ਰਹੀ ਆ।
ਮਾਮਲੇ ਬੜੇ ਵੱਖਰੇ ਵੱਖਰੇ ਸਾਹਮਣੇ ਆ ਰਹੇ ਆ ਕਿ ਤੁਸੀਂ ਘਰ ਦੇ ਵਿੱਚ ਰਾਤ ਨੂੰ ਬੈਠੇ ਆ, ਆਪਣੇ ਪਰਿਵਾਰ ਦੇ ਨਾਲ ਤੁਸੀਂ ਟੀਵੀ ਦੇਖ ਰਹੇ ਹੋ ਜਾਂ ਤੁਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ ਕਿ ਅਚਾਨਕ ਤੁਹਾਡਾ ਫੋਨ ਜਿਹੜਾ ਵਾਈਬ੍ਰੇਟ ਹੁੰਦਾ ਤੇ ਉਹਦੇ ਉੱਤੇ ਈਮੇਲ ਆਉਂਦੀ ਹੈ ਜਿਹਦੇ ਉੱਤੇ ਦੱਸਿਆ ਜਾ ਰਿਹਾ ਕਿ ਕੱਲ ਦੀ ਡੈਡਲਾਈਨ ਦੇ ਲਈ ਜਿਹੜਾ ਕੰਮਕਾਰ ਆ ਤੁਹਾਡਾ ਬੌਸ ਕਹਿ ਰਿਹਾ ਕਿ ਉਹਨੂੰ ਇੱਕ ਵਾਰੀ ਰਿਵਾਈਜ਼ ਕਰ ਲਓ। ਉਹਦੇ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀ ਹਲਚਲ ਹੁੰਦੀ ਆ। ਬਹੁਤ ਸਾਰੇ ਕੇਸਿਸ ਦੇ ਵਿੱਚ ਲੋਕ ਪੈਨਿਕ ਹੋ ਜਾਂਦੇ ਆ, ਲੋਕ ਉੱਠਦੇ ਆ, ਆਪਣਾ ਫੋਨ ਦੇ ਚੱਕਦੇ ਆ, ਉਹਦੇ ਤੋਂ ਬਾਅਦ ਦੇਖਦੇ ਆ ਕਿ ਕਿਹੜੀ ਡੈਡਲਾਈਨ ਤੋਂ ਪਹਿਲਾਂ ਕਿਹੜਾ ਕੰਮ ਹੈ ਰਿਵਾਈਜ਼ ਕਰਨਾ ਆ। ਐਡਰੇਨਾਲਿਨ ਇੱਕ ਦੱਸਿਆ ਜਾ ਰਿਹਾ ਕਿ ਜਿਹੜਾ ਕੈਮੀਕਲ ਆ ਜਿਹੜਾ ਤੁਹਾਡੇ ਅੰਦਰ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ, ਜਿਹੜਾ ਕਿ ਸਮੱਸਿਆ ਪੈਦਾ ਕਰਦਾ ਤੁਹਾਡੇ ਮਨ ਦੇ ਲਈ ਵੀ ਤੇ ਤੁਹਾਡੇ ਸਰੀਰ ਦੇ ਲਈ ਵੀ। ਭਾਵ ਕੀ ਆ, ਕੰਮ ਤੋਂ ਬਾਅਦ ਜਦੋਂ ਤੁਸੀਂ ਕੰਮ ਨਹੀਂ ਕਰ ਰਹੇ ਉਸ ਵੇਲੇ ਜੇਕਰ ਤੁਹਾਡਾ ਬੌਸ ਤੁਹਾਨੂੰ ਈਮੇਲ ਕਰਕੇ ਕਿਸੇ ਕੰਮਕਾਰ ਬਾਰੇ ਪੁੱਛ ਰਿਹਾ ਜਾਂ ਗੱਲ ਕਰ ਰਿਹਾ, ਉਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ। ਜਿਹੜੇ ਉਹ ਰਿਲੈਕਸ ਮੂਡ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠੇ ਸੀ ਆਪਣੇ ਪਾਰਟਨਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਉਸ ਰਿਲੈਕਸ ਮੂਡ ਦੇ ਵਿੱਚ ਉਸ ਈਮੇਲ ਤੋਂ ਬਾਅਦ ਉਹ ਨਹੀਂ ਬੈਠ ਸਕਦੇ। ਬਹੁਤ ਸਾਰੇ ਕੈਨੇਡੀਅਨਸ ਦੇ ਲਈ ਕਹਿੰਦੇ ਇਹ ਇਸ ਤਰ੍ਹਾਂ ਵਾਪਰਦਾ ਆ। ਇੱਕ ਐਂਗਸ ਰੀਡ ਨੇ ਜਿਹੜੀ ਸਰਵੇ ਕੀਤਾ, ਐਨਾਲਿਸਿਸ ਕੀਤਾ ਯੂਨੀਵਰਸਿਟੀ ਟੋਰਾਂਟੋ ਦੇ ਰਿਸਰਚਰਸ ਨੇ, ਇੱਕ ਸਕਾਟ ਸ਼ੇਮੈਨ, ਉਹਨਾਂ ਨੇ ਵੀ ਇਹਦੇ ਵਿੱਚ ਸ਼ਾਮਲ ਹੋ ਕੇ ਦੱਸਿਆ ਕਿ 20% ਕੈਨੇਡੀਅਨ ਆ ਜਿਹੜੇ ਕਹਿੰਦੇ ਕਿ ਉਹਨਾਂ ਦੇ ਬੌਸ ਵਰਕ ਆਵਰਸ ਤੋਂ ਬਾਅਦ ਉਹਨਾਂ ਦੇ ਨਾਲ ਕੰਟੈਕਟ ਕਰਦੇ ਆ ਤੇ ਕਈ ਵਾਰੀ ਕਰਦੇ ਆ। 10% ਨੇ ਇਹ ਦੱਸਿਆ ਕਿ ਜਿਹੜੇ ਆਊਟ ਆਫ ਵਰਕ ਡਿਸਟਰਬੈਂਸਿਸ ਨੇ ਉਹ ਉਹਨਾਂ ਦੇ ਨਾਲ ਇੱਕ ਦਿਨ ਦੇ ਵਿੱਚ ਕਈ ਵਾਰੀ ਹੁੰਦੀਆਂ। ਇਸੇ ਕਰਕੇ ontario ਸਰਕਾਰ ਨੇ ਇੱਕ ਜਿਹੜਾ ਵਰਕਿੰਗ ਫॉर ਵਰਕਰਸ ਐਕਟ ਆ, ਜਿਹਨੂੰ ਆਮ ਤੌਰ ਦੇ ਉੱਤੇ ਰਾਈਟ ਟੂ ਡਿਸਕਨੈਕਟ ਲਾ ਕਿਹਾ ਜਾਂਦਾ, 30 ਨਵੰਬਰ ਨੂੰ ਲਿਆਂਦਾ ਸੀ ਕਿ ਜਿਹੜਾ ਅੰਪਲੋਇਰ ਆ ਉਹ ਘੱਟੋ ਘੱਟ 2 ਵਾਰੀ ਸੋਚੇ ਕੋਈ ਈਮੇਲ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਮੈਸੇਜ ਜਿਹੜਾ ਭੇਜਣ ਤੋਂ ਪਹਿਲਾਂ, ਕਿਉਂਕਿ ਕਿਹਾ ਜਾ ਰਿਹਾ ਕਿ ਵਰਕਰ ਦਾ ਉਹ ਸਮਾਂ ਉਹਦੀ ਫੈਮਿਲੀ ਲਈ ਹੈ, ਉਹ ਆਪਣੀ ਫੈਮਿਲੀ ਨਾਲ ਉਹ ਸਮਾਂ ਸਪੈਂਡ ਕਰ ਰਿਹਾ, ਉਸ ਵੇਲੇ ਉਹਨੂੰ ਡਿਸਟਰਬ ਨਹੀਂ ਕੀਤਾ ਜਾ ਸਕਦਾ। ਇਹਦੇ ਬਾਰੇ ਕਈ ਕਿਸਮ ਦੀਆਂ ਹੋਰ ਗੱਲਾਂ ਬਾਤਾਂ ਇਸ ਵੇਲੇ ਚੱਲ ਰਹੀਆਂ ਕਿ ਜਿਹੜੀਆਂ ਬਹੁਤ ਸਾਰੇ ਲੋਕ ਇਹਨੂੰ ਕ੍ਰਿਟਿਸਾਈਜ਼ ਵੀ ਕਰ ਰਹੇ ਆ ਇਸ ਚੀਜ਼ ਦੇ ਨਾਲ, ਪਰ ਬਹੁਤ ਸਾਰੇ ਲੋਕ ਕਹਿ ਰਹੇ ਸੀ ਅਸੀਂ ਐਕਸਟਰਾ ਸਟ੍ਰੈਸ ਜਿਹੜੀ ਆ ਉਹ ਨਹੀਂ ਲੈ ਸਕਦੇ। ਇਹ ਵੀ ਦੱਸ ਰਹੇ ਆ ਕਿ ਜੇਕਰ ਅੱਜ ਤੁਹਾਡੇ ਕੰਮ ਦੇ ਘੰਟਿਆਂ ਤੋਂ ਬਾਅਦ ਤੁਹਾਡੀ ਕੰਪਨੀ ਤੁਹਾਨੂੰ ਡਿਸਟਰਬ ਕਰ ਰਹੀ ਆ ਤਾਂ ਤੁਹਾਡੇ ਦੂਜੇ ਦਿਨ ਦੇ ਕੰਮ ਦੇ ਉੱਤੇ ਵੀ ਉਹਦਾ ਮਾੜਾ ਅਸਰ ਪੈ ਰਿਹਾ। ਤੁਸੀਂ ਸ਼ਾਇਦ ਉਨੀ ਚੰਗੀ ਤਰ੍ਹਾਂ ਆਪਣਾ ਕੰਮ ਦੂਜੇ ਦਿਨ ਨਹੀਂ ਕਰ ਸਕਦੇ ਜਿੰਨੀ ਚੰਗੀ ਤਰ੍ਹਾਂ ਜੇਕਰ ਤੁਹਾਨੂੰ ਆਫ ਆਵਰਸ ਦੇ ਵਿੱਚ ਡਿਸਟਰਬ ਨਾ ਕੀਤਾ ਜਾਂਦਾ ਤੁਸੀਂ ਜਿੰਨੀ ਚੰਗੀ ਤਰ੍ਹਾਂ ਕਰ ਸਕਦੇ ਸੀ। ਫਰਾਂਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਾਨੂੰਨ ਸਾਹਮਣੇ ਲਿਆਂਦਾ ਗਿਆ ਸੀ ਜਿਹਦੇ ਵਿੱਚ ਇੱਕ EMPLOYEE ਨੂੰ $87,000 ਉਹਦੇ ਫਾਰਮਰ EMPLOYER ਨੇ ਦਿੱਤਾ ਸੀ। ਇੱਕ ਪੈਸਟ ਕੰਟਰੋਲ ਕੰਪਨੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਕਿਉਂਕਿ ਉਹਨੂੰ ਇਹ ਕਿਹਾ ਗਿਆ ਸੀ ਕਿ ਤੂੰ ਪਰਮਾਨੈਂਟਲੀ ਆਪਣਾ ਫੋਨ ਔਨ ਰੱਖਣਾ ਆਫ ਆਵਰਸ ਦੇ ਵਿੱਚ ਹੀ। ਇਸ ਤਰ੍ਹਾਂ ਦੇ ਕਈ ਮਾਮਲੇ ਜਿਹੜੇ ontario ਦੇ ਵਿੱਚ ਇਸ ਕਿਸਮ ਦੇ ਕਾਨੂੰਨ ਦਾ ਤੇ ਉਹਦੇ ਤੋਂ ਬਾਅਦ ਜਿਹੜਾ ਇਸ ਕਿਸਮ ਦੀ ਗੱਲਬਾਤ ਆ ਉਹ ਜਾਪਾਨ ਦੇ ਵਿੱਚ ਤੇ ਇਹਦੇ ਬਾਰੇ ਇਸ ਸਾਲ ਫਿਰ ਇਹ ਚਰਚਾ ਚੱਲ ਰਹੀ ਆ ਕਿ ਕੰਮ ਤੋਂ ਬਾਅਦ ਤੁਹਾਨੂੰ ਆਪਣਾ ਆਫਿਸ ਦਾ ਜਾਂ ਕੰਪਨੀ ਦਾ ਕੰਮ ਕਰਨਾ ਚਾਹੀਦਾ। ਜਿਹੜੀ ਕੰਪਨੀ ਆ ਉਹਨੂੰ ਆਪਣੇ EMPLOYEES ਨੂੰ ਉਹਦੇ ਬਾਰੇ ਕੁਝ ਕਹਿਣਾ ਚਾਹੀਦਾ ਜਾਂ ਨਹੀਂ। COVID-19 ਨੇ ਬਹੁਤ ਸਾਰੀਆਂ ਅਜੀਬ ਖਬਰਾਂ ਨੂੰ ਜਨਮ ਦਿੱਤਾ। ਇੱਕ ਖਬਰ ਇਹ ਆ ਰਹੀ ਆ ਕਿ ਅਮਰੀਕਾ ਦੇ ਵਿੱਚ ਇੱਕ ਸਕੂਲ ਟੀਚਰ ਦੱਸ ਰਹੀ ਹੈ ਕਿ ਉਹਨੂੰ 5 ਘੰਟੇ ਜਹਾਜ਼ ਦੀ ਟਾਇਲਟ ਦੇ ਵਿੱਚ ਗੁਜ਼ਾਰਨੇ ਪਏ ਕਿਉਂਕਿ ਉਹਦਾ COVID-19 ਟੈਸਟ ਪੋਜ਼ਿਟਿਵ ਆਇਆ ਸੀ। COVID-19 ਟੈਸਟ ਬਾਰੇ ਬਹੁਤ ਸਾਰੀ ਆਲੋਚਨਾ ਵੀ ਹੁੰਦੀ ਰਹੀ ਆ ਕਿ ਕਿੰਨੀ ਵਾਰੀ ਕਰਵਾਉਣਾ ਚਾਹੀਦਾ, ਕਿ ਜਹਾਜ਼ 'ਚ ਚੜ੍ਹਨ ਤੋਂ ਕਿੰਨਾ ਸਮਾਂ ਪਹਿਲਾਂ ਕਰਵਾਉਣਾ ਚਾਹੀਦਾ ਵੀ ਆ ਜਾਂ ਨਹੀਂ ਕਰਵਾਉਣਾ ਚਾਹੀਦਾ। ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਸਕੂਲ ਟੀਚਰ ਮੈਰੀਸਾ ਫੋਰਟੀਓ ਜਹਾਜ਼ ਦੇ ਵਿੱਚ ਬੈਠੀ ਸੀ ਤੇ ਜਹਾਜ਼ ਦੇ ਵਿੱਚ ਬੈਠੀ ਨੇ ਉਹਦੇ ਗਲ ਦੇ ਵਿੱਚ ਖਰਾਸ਼ ਹੋਈ। ਥੋੜ੍ਹੇ ਜਿਹੇ ਉਹਨੂੰ ਕੁਝ ਹੋਰ ਸਿੰਪਟਮ ਸਾਹਮਣੇ ਆਏ। ਉਹ ਸ਼ਿਕਾਗੋ ਤੋਂ ਰੈਕਜਾਵਿਕ ਜਾ ਰਹੀ ਸੀ ਆਈਸਲੈਂਡ ਦੇ ਵਿੱਚ 20 ਦਸੰਬਰ ਨੂੰ। ਜਦੋਂ ਉਹਨੂੰ ਪਤਾ ਲੱਗਿਆ ਕਿ ਕੁਝ ਮੈਨੂੰ ਬੁਖਾਰ ਜਿਹਾ ਲੱਗ ਰਿਹਾ, ਉਹਨੇ ਕਹਿੰਦੇ ਜਿਹੜੀ ਰੈਪਿਡ ਟੈਸਟ ਕਿੱਟ ਉਹਦੇ ਕੋਲ ਹੀ ਸੀ, ਘਰ ਤੋਂ ਲੈ ਕੇ ਆਈ ਸੀ, ਉਹਦੇ ਨਾਲ ਉਹਨੇ ਆਪਣੇ ਆਪ ਨੂੰ ਟੈਸਟ ਕਰ ਲਿਆ ਤੇ ਟੈਸਟ ਕਰਨ ਤੋਂ ਬਾਅਦ ਉਹਨੂੰ ਪਤਾ ਇਹ ਲੱਗਿਆ ਕਿ ਉਹਨੂੰ ਕੋਵਿਡ ਹੋ ਚੁੱਕਿਆ। ਹੁਣ ਉਹਦੇ ਤੋਂ ਬਾਅਦ ਉਹ ਸਕੂਲ ਟੀਚਰ ਨੇ ਇੱਕ ਚੰਗਾ ਕੰਮ ਇਹ ਕੀਤਾ ਕਿ ਉਹ ਆਪਣੇ ਆਪ ਉੱਠ ਕੇ ਟਾਇਲਟ ਦੇ ਵਿੱਚ ਚਲੇ ਗਈ ਤੇ ਸਾਰੇ ਦਾ ਸਾਰਾ ਜਿਹੜਾ ਟ੍ਰਿਪ ਸੀਗਾ ਬਾਕੀ ਦਾ ਉਹਨੇ ਉਸ ਟਾਇਲਟ ਦੇ ਵਿੱਚ ਹੀ ਗੁਜ਼ਾਰਿਆ ਤਾਂ ਕਿ ਕਿਸੇ ਹੋਰ ਨੂੰ
ਇਹ ਕਰੋਨਾ ਨਾ ਹੋ ਜਾਵੇ। ਦੱਸਿਆ ਜਾ ਰਿਹਾ ਕਿ ਫਲਾਈਟ ਅਟੈਂਡੈਂਟ ਨੇ ਉਹਨੂੰ ਲੋੜੀਂਦੀਆਂ ਵਸਤਾਂ ਉੱਥੇ ਟਾਇਲਟ ਦੇ ਵਿੱਚ ਹੀ ਫੜਾਈਆਂ। ਉਹ ਹਾਲੇ ਤੱਕ ਇਹ ਗੱਲਬਾਤ ਕਲੀਅਰ ਨਹੀਂ ਹੋ ਸਕੀ ਕਿ ਉਹਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਕੋਵਿਡ-19 ਦਾ ਟੈਸਟ ਕੀਤਾ ਸੀ, ਕੀ ਉਹ ਪੋਜ਼ੀਟਿਵ ਆਇਆ ਸੀ ਜਾਂ ਨਹੀਂ ਆਇਆ ਸੀ। ਪਰ ਦੱਸਿਆ ਜਾ ਰਿਹਾ ਕਿ ਇੱਕ ਬਹੁਤ ਹੀ ਕ੍ਰੇਜ਼ੀ ਜਿਹਾ ਐਕਸਪੀਰੀਅੰਸ, ਜਿਹਦੇ ਵਿੱਚ ਇਹ ਮਿਸ਼ੀਗਨ ਦੀ ਸਕੂਲ ਟੀਚਰ ਦੱਸ ਰਹੀ ਆ ਕਿ ਉਹਨੂੰ ਡਰ ਸੀ ਕਿ ਕਿਤੇ ਉਹ ਪੋਜ਼ੀਟਿਵ ਨਾ ਹੋਵੇ, ਉਹ ਪੋਜ਼ੀਟਿਵ ਆ ਗਈ। ਅਤੇ ਦੂਜਾ ਉਹਦਾ ਸਭ ਤੋਂ ਵੱਡਾ ਡਰ ਇਹ ਸੀ ਕਿ ਜੇ ਮੈਂ ਪੋਜ਼ੀਟਿਵ ਆ ਗਈ ਹਾਂ ਤਾਂ ਜਹਾਜ਼ ਦੇ ਬਾਕੀ ਸਫ਼ਰ ਕਰਨ ਵਾਲੀਆਂ ਜਿਹੜੀਆਂ ਸਵਾਰੀਆਂ ਨੇ, ਮੁਸਾਫਰ ਨੇ, ਉਹ ਪੋਜ਼ੀਟਿਵ ਨਾ ਆ ਜਾਣ। ਉਹਨੇ ਇੱਕ ਟਿਕਟੋਕ ਦੇ ਉੱਤੇ ਵੀਡੀਓ ਵੀ ਉਹਦੀ ਵਾਇਰਲ ਹੋਈ ਹੈ, ਜਿਹੜੀ ਉਹਨੇ ਜਹਾਜ਼ ਦੇ ਉਹ ਟਾਇਲਟ ਦੇ ਅੰਦਰੋਂ ਬਣਾਈ ਆ, ਅਤੇ 4 ਮਿਲੀਅਨ ਤੋਂ ਜ਼ਿਆਦਾ ਉਹਦੇ ਵਿਊ ਹੋਏ ਆ। ਉਹਨੇ ਫਲਾਈਟ ਅਟੈਂਡੈਂਟ ਦੀ ਖਾਸ ਤੌਰ 'ਤੇ ਸਿਫਤ ਕੀਤੀ ਆ ਕਿ ਜਿਨ੍ਹਾਂ ਨੇ ਕਹਿੰਦੇ ਉਹਦੇ ਠੀਕ ਠਾਕ ਰਹਿਣ ਦੇ ਵਿੱਚ ਮਦਦ ਕੀਤੀ ਆ। ਇਹਦੇ ਵੇਲੇ ਇਸ ਵਾਰੀ ਇਹ ਗੱਲਾਂ ਬਾਤਾਂ ਕਿ ਟੈਸਟ ਕਿੰਨਾ ਕੁ ਜ਼ਰੂਰੀ ਆ, ਇਸ ਰੈਪਿਡ ਟੈਸਟ ਕਿੱਟ ਦੀ ਅਹਿਮੀਅਤ ਦੱਸਣ ਦੇ ਲਈ ਵੀ ਇਹ ਉਦਾਹਰਨ ਇੱਕ ਬਹੁਤ ਚੰਗੀ ਉਦਾਹਰਨ ਆ, ਜਿਹੜੀ ਦੱਸ ਰਹੀ ਆ ਕਿ ਜਿਹਦੇ ਨਾਲ ਤੁਹਾਨੂੰ ਕਿਸੇ ਥਾਂ ਦੇ ਉੱਤੇ ਵੀ ਪਤਾ ਲੱਗ ਸਕਦਾ ਕਿ ਤੁਹਾਨੂੰ ਇਸ ਵੇਲੇ ਕੋਵਿਡ ਹੋ ਚੁੱਕਾ ਆ, ਅਤੇ ਇਸ ਕੋਵਿਡ ਤੋਂ ਬਾਅਦ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ, ਅਤੇ ਇਹਦੇ ਨਾਲ ਆਪਣੇ ਨਾਲ ਦੇ ਬਹੁਤ ਸਾਰੇ ਸਾਥੀਆਂ ਦਾ ਬਚਾਅ ਵੀ ਕਰ ਸਕਦੇ ਹੋ। ਇਹ ਖਬਰ ਵੀ ਅੱਜ ਅਖਬਾਰਾਂ ਦੇ ਵਿੱਚ ਬਹੁਤ ਪ੍ਰਮੁੱਖਤਾ ਨਾਲ ਛਾਪੀ ਗਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।